ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰਾਂ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ, ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਪੁਰਸ਼ੋਤਮੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ
ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਇਹ ਪਵਿੱਤਰ ਸਤਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਇਤਿਹਾਸ ਕਵਿਰਾਜ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਆਰੰਭਤਾ ਕਰਦਿਆਂ ਹੋਇਆਂ ਨਾਮ ਦਾ ਮੰਗਲਾਚਰਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਫਿਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਪ੍ਰਧਾਨ ਮੰਗਲ ਆਰੰਭ ਵਿੱਚ ਕੀਤਾ। ਫਿਰ ਸ੍ਰੀ ਦਸਮ ਬਾਣੀ ਦਾ ਪ੍ਰਧਾਨ ਮੰਗਲ ਜਿਹੜਾ ਸੀ ਇਹ ਦੂਸਰੇ ਨੰਬਰ 'ਤੇ ਕਵਿਰਾਜ ਜੀ ਨੇ ਕਰਨਾ ਕੀਤਾ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਫਿਰ ਕਵਿਰਾਜ ਜੀ ਨੇ ਬਾਣੀ ਦੀ ਦੇਵੀ ਦਾ ਮੰਗਲ ਕੀਤਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕਵਿਰਾਜ ਜੀ ਨੇ ਮੰਗਲਾਚਰਨ ਕਰਦਿਆਂ ਹੋਇਆਂ ਜੋਦੜੀ ਕੀਤੀ ਕਿ ਹੇ ਸਤ ਚਿਤ ਆਨੰਦ ਸਰੂਪ ਵਾਹਿਗੁਰੂ ਆਪ ਮੇਰੇ ਹਿਰਦੇ ਵਿੱਚ ਪ੍ਰਕਾਸ਼ ਕਰੋ। ਇਉਂ ਪਰਮੇਸ਼ਰ ਨੂੰ ਕਵਿਰਾਜ ਜੀ ਨੇ ਜਿਹੜਾ ਹੈ ਨਮਸਕਾਰ ਕਰਦਿਆਂ ਹੋਇਆਂ ਵਾਹਿਗੁਰੂ ਜੀ ਦਾ ਜੋ ਮੰਗਲਾਚਰਨ ਕੀਤਾ ਏ ਉਸ ਵਿੱਚ ਇਹ ਬੇਨਤੀਆਂ ਕੀਤੀਆਂ ਨੇ ਕਿ ਉਹ ਪਰਮੇਸ਼ਰ ਇੱਕ ਹੈ, ਉਹਦੇ ਵਰਗਾ ਕੋਈ ਦੂਸਰਾ ਨਹੀਂ। ਬ੍ਰਹਮਾ, ਸ਼ਿਵ ਜੀ, ਵਿਸ਼ਨੂੰ, ਸੂਰਜ, ਚੰਦਰਮਾ, ਤਾਰੇ, ਦੇਵਤੇ, ਦੈਂਤ, ਜਖ, ਕਿੰਨਰ, ਵਾਯੂ, ਪਾਣੀ, ਪੱਥਰ, ਬਨਸਪਤੀ ਸਭ ਜਿਸ ਦੇ ਅੱਗੇ ਝੁਕਦੇ ਹੈ, ਨਮਸਕਾਰਾਂ ਕਰਦੇ ਹੈ। ਜਿਸ ਨਿਰੰਕਾਰ ਦੀ ਸੱਤਾ ਜੜ ਚੇਤਨ ਵਸਤੂਆਂ ਨੂੰ ਪ੍ਰਕਾਸ਼ ਰਹੀ ਹੈ ਉਸ ਨਿਰੰਕਾਰ ਸਮਰੱਥ ਦੇ ਅੱਗੇ ਅਸੀਂ ਨਮਸਕਾਰ ਕਰਦੇ ਹਾਂ। ਵਾਹਿਗੁਰੂ ਜੀ ਤੋਂ ਜਾਚਨਾ ਕਰਦੇ ਹਾਂ ਕਿ ਮਹਾਰਾਜ ਸਾਡੇ ਹਿਰਦੇ ਵਿੱਚ ਆਪਣਾ ਪ੍ਰਕਾਸ਼ ਕਰ ਦਿਓ। ਇਹ ਕਵਿਰਾਜ ਜੀ ਨੇ ਮੰਗਲਾਚਰਨ ਕਰਕੇ ਫਿਰ ਅੱਗੇ 10 ਪਾਤਸ਼ਾਹੀਆਂ ਦੇ ਹੁਣ ਕਵਿਰਾਜ ਜੀ ਮੰਗਲਾਚਰਨ ਆਰੰਭੇ ਹਨ। ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਕਵਿਰਾਜ ਜੀ ਨੇ ਮੰਗਲਾਚਰਨ ਕੀਤਾ ਹੈ। ਜਦੋਂ ਕੱਲ੍ਹ ਦੇ ਦੀਵਾਨ ਦੀ ਕਥਾ ਦੀ ਸਮਾਪਤੀ ਹੋਈ ਸੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਿਵੇਂ ਕਵਿਰਾਜ ਜੀ ਬੰਦਨਾ ਕਰਦੇ ਹੈ ਉਹ ਦੋਹਰਾ ਆਪਾਂ ਸਰਵਣ ਕੀਤਾ ਸੀ। ਉਸੇ ਦੋਹਰੇ ਤੋਂ ਆਪਾਂ ਆਰੰਭਤਾ ਕਰ ਰਹੇ ਹਾਂ। ਪਿਆਰ ਸ਼ਰਧਾ ਨਾਲ ਮਨ ਇਕਾਗਰ ਕਰਕੇ ਸਰਵਣ ਕਰੀਏ। ਕੱਲ੍ਹ ਨੂੰ ਭਾਰਤ ਵਿੱਚ ਤਾਂ ਅੱਜ ਅੰਮ੍ਰਿਤ ਵੇਲਾ ਹੋ ਰਿਹਾ ਹੈ। ਦੀਨ ਦਿਆਲ ਸੁੱਖਾਂ ਦੀ ਆਵਦੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹੈ। ਸਤਿਗੁਰਾਂ ਜੀ ਨੇ ਜਿਵੇਂ ਲਾਹੌਰ ਦੇ ਅੰਦਰ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ ਜਿੱਥੇ ਸਤਿਗੁਰਾਂ ਜੀ ਨੇ ਅਵਤਾਰ ਧਾਰਨਾ ਕੀਤਾ। ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਕਥਾ ਵੀ ਆਪਾਂ ਕੱਲ੍ਹ ਨੂੰ ਦੀਵਾਨ ਵਿੱਚ ਸਰਵਣ ਕਰਾਂਗੇ। ਨਾਲ ਲੜੀਵਾਰ ਕਥਾ ਵੀ ਹੋਵੇਗੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਵੇਂ ਕਵਿਰਾਜ ਮੰਗਲਾਚਰਨ ਕਰ ਰਹੇ ਹੈ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਨਾਨਕ ਪੁਰਸ਼ੋਤਮੰ। ਕਵਿਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਪਵਿੱਤਰ ਜਸ ਕਰਦੇ ਹੋਏ ਕਹਿੰਦੇ ਨੇ, ਸ਼੍ਰੀ ਨਾਨਕ ਪੁਰਸ਼ੋਤਮੰ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜਿਹੜੇ ਉੱਤਮ ਪੁਰਸ਼ ਹੋਏ ਨੇ ਸੰਸਾਰ ਦੇ ਅੰਦਰ, ਉੱਤਮ ਪੁਰਸ਼ ਉਹਨਾਂ ਨੂੰ ਕਹਿੰਦੇ ਹੈ ਜਿਨ੍ਹਾਂ ਦਾ ਮਨ ਵਕਾਰਾਂ ਤੋਂ ਛੁੱਟ ਜਾਵੇ, ਨੀਂਦ, ਭੁੱਖ, ਪਿਆਸ ਇਸ ਦੇ ਬੰਧਨਾਂ ਤੋਂ ਉੱਪਰ ਉੱਠ ਜਾਣ, ਉਹ ਸੰਸਾਰ ਦੇ ਅੰਦਰ ਉੱਤਮ ਪੁਰਖ ਅਖਵਾਉਂਦੇ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸੰਸਾਰ ਦੇ ਅੰਦਰ ਉੱਤਮ ਪੁਰਖ ਜਿਨ੍ਹਾਂ ਨੇ ਬਣਨਾ ਕੀਤਾ ਹੈ, ਮਹਾਰਾਜ ਜੀ ਉਹਨਾਂ ਦੇ ਵੀ ਸੱਚੇ ਪਾਤਸ਼ਾਹ ਜੀ ਮਾਲਕ ਹਨ, ਨਾਥ ਹਨ। ਕਵਿਰਾਜ ਜੀ ਫਰਮਾਉਂਦੇ ਹਨ ਕਿ ਜਿਹੜੇ ਉੱਤਮ ਪੁਰਖ ਬਣਦੇ ਹੈ ਉਹ ਕਿਸੇ ਅਵਤਾਰ ਦੀ ਪ੍ਰੇਰਨਾ ਨਾਲ, ਸਿੱਖਿਆ ਨਾਲ ਉਹਨਾਂ ਨੂੰ ਮਨੁੱਖਾਂ ਦੇ ਅੰਦਰ ਵਿਸ਼ੇਸ਼ਤਾ ਹੀ ਪ੍ਰਾਪਤ ਹੁੰਦੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋਈ ਇਸ ਤਰ੍ਹਾਂ ਵਿਸ਼ੇਸ਼ ਕਿਸੇ ਸ਼ਕਤੀ ਦਾ, ਕਿਸੇ ਦੇਵੀ ਦੇਵਤੇ ਦਾ ਅਵਤਾਰ ਹਨ। ਤੋਂ ਕਵਿਰਾਜ ਫਰਮਾਉਂਦੇ ਹਨ, ਪਰਮ ਪਰਾਵਰ ਨਾਥ। ਪਰਾਵਰ ਦਾ ਅਰਥ ਹੁੰਦਾ ਵੱਡਿਆਂ ਤੋਂ ਵੱਡੇ, ਭਾਵ ਜਿਹੜੇ ਉੱਤਮ ਪੁਰਸ਼ ਨੇ ਉਹਨਾਂ ਤੋਂ ਵੀ ਵੱਡੇ ਅਵਤਾਰ ਅਖਵਾਉਂਦੇ ਹੈ। ਜੋ ਸੰਸਾਰ ਦੇ ਅੰਦਰ ਜਿਹੜੀਆਂ ਸ਼ਕਤੀਆਂ ਅਦ੍ਰਿਸ਼ ਹਨ, ਉਹਨਾਂ ਤੋਂ ਵੀ ਜਿਹੜੇ ਇਸ ਪ੍ਰਕਾਰ ਸ਼ਕਤੀਆਂ ਨੂੰ ਧਾਰਨ ਕਰਕੇ ਉੱਤਮ ਪੁਰਖਾਂ ਤੋਂ ਵੀ ਵੱਡੇ ਮਹਾਨ ਹੁੰਦੇ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਵੀ ਨਾਥ ਮਾਲਕ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇਵੀ ਦੇਵਤਿਆਂ ਦੇ ਵੀ ਸੁਆਮੀ ਹਨ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਸਭ ਸਤਿਗੁਰੂ ਜੀ ਨੂੰ ਹੀ ਧਿਆਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਨਾਮ ਜਿਹੜਾ ਹੈ ਉਹ ਆਪਣੀ ਰਸਨਾ ਤੋਂ ਉਚਾਰਨ ਕਰਦੇ ਹੈ। ਗੁਰੂ ਸਾਹਿਬ ਜੀ ਦਾ ਹੀ ਜਸ ਕਰਦੇ ਹੋਏ ਸਤਿਗੁਰਾਂ ਦੇ ਕੋਲੋਂ ਜਾਚਨਾ ਕਰਦੇ ਹੈ, ਮੰਗਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਮ ਪੁਰਖਾਂ ਦੇ ਵੀ ਵੱਡੇ ਹਨ ਅਤੇ ਜਿਹੜੇ ਉੱਤਮ ਪੁਰਖਾਂ ਨੂੰ ਬਣਾਉਣ ਵਾਲੇ ਪਰਾਵਰ ਹਨ, ਭਾਵ ਵੱਡਿਆਂ ਤੋਂ ਵੱਡੇ ਅਵਤਾਰ ਮੰਨੇ ਹੈ, ਉਹਨਾਂ ਦੇ ਵੀ ਨਾਥ ਮਾਲਕ ਹਨ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ। ਯੁਗਲ ਚਰਨ ਮਮ ਬੰਦਨਾ। ਸਤਿਗੁਰਾਂ ਜੀ ਦੇ ਦੋਵਾਂ ਚਰਨਾਂ ਤੇ ਕਹਿੰਦੇ ਨੇ ਕਵਿਰਾਜ ਕਿ ਮੇਰੀ ਨਮਸਕਾਰ ਹੈ। ਧਰ ਪਰ ਧਰ ਕਰ ਮਾਥ। ਧਰਤੀ ਦੇ ਉੱਤੇ ਆਪਣਾ ਮਸਤਕ ਧਰ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਅਸੀਂ ਮੱਥਾ ਲਾ ਕਰਕੇ ਨਮਸਕਾਰ ਕਰਦੇ ਹਾਂ, ਕਿਉਂਕਿ ਮਹਾਰਾਜ ਜੀ ਦੇ ਚਰਨਾਂ ਨਾਲ ਮਸਤਕ ਦੇ ਲੱਗਣੇ ਕਰਕੇ ਜਿਹੜੇ ਕਰਮ ਹਨ ਉਹ ਵੀ ਸਿੱਧੇ ਹੋ ਜਾਂਦੇ ਹੈ। ਬਹੁਤ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ 'ਤੇ ਮਸਤਕ ਦੇ ਰੱਖਣ ਦਾ ਵੱਡਾ ਪੁੰਨ ਹੈ। ਮਹਾਰਾਜ ਜੀ ਨੇ ਤਾਂ ਕਿਹਾ ਕਿ ਕੋਈ ਸਾਧੂ ਮਹਾਤਮਾ ਨਾਮ ਦਾ ਰਸੀਆ, ਉਹਦੇ ਹੀ ਦਰਸ਼ਨ ਪ੍ਰਾਪਤ ਹੋ ਜਾਣ, ਸਤ ਸੰਗਤ ਪ੍ਰਾਪਤ ਹੋਵੇ, ਅਤੇ ਮਹਾਰਾਜ ਕਹਿੰਦੇ ਨੇ ਕਰ ਡੰਡਾਉਤ ਪੁੰਨ ਵੱਡਾ ਹੈ। ਉਹਨਾਂ ਨੂੰ ਤੂੰ ਡੰਡਾਉਤ ਕਰੇਂਗਾ ਹੈ ਜੀਵ, ਨਮਸਕਾਰ ਕਰੇਂਗਾ, ਤੈਨੂੰ ਵੱਡਾ ਪੁੰਨ ਪ੍ਰਾਪਤ ਹੋਵੇਗਾ। ਇਉਂ ਜਗਤ ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕਰਨ ਦਾ ਜਿਹਨੂੰ ਅਵਸਰ ਮਿਲ ਜਾਵੇ ਉਹਦਾ ਤਾਂ ਜਨਮ ਹੀ ਧਨ ਹੋ ਜਾਂਦਾ ਹੈ। ਕਵਿਰਾਜ ਜੀ ਕਹਿੰਦੇ ਧਰਤੀ ਦੇ ਉੱਤੇ ਮਸਤਕ ਲਾ ਕਰਕੇ ਸੱਚੇ ਪਾਤਸ਼ਾਹ ਦੇ ਦੋਵਾਂ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ। ਸਵਈਆ ਬਰ ਚਾਰ ਪਦਾਰਥ ਦਾ ਬਰ ਚਾਰ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਕੈਸੇ ਹਨ? ਕਵਿਰਾਜ ਜੀ ਕਹਿੰਦੇ ਹਨ ਜਿਹੜੇ ਵਰ ਸ਼੍ਰੇਸ਼ਟ ਮੰਨੇ ਜਾਂਦੇ ਸੰਸਾਰ ਦੇ ਅੰਦਰ ਚਾਰ ਵਰ, ਉਹ ਵਰ ਕਿਹੜੇ ਹਨ? ਚਾਰ ਪਦਾਰਥ ਨੇ, ਧਰਮ, ਅਰਥ, ਕਾਮ ਅਤੇ ਮੋਕਸ਼। ਇਹ ਸੰਸਾਰ ਦੇ ਜੀਆਂ ਨੂੰ ਭੁੱਖ ਰਹਿੰਦੀ ਹੈ ਇਹਨਾਂ ਚੌਹਾਂ ਪਦਾਰਥਾਂ ਦੀ। ਤੋ ਇਹ ਚਾਰੇ ਪਦਾਰਥ ਜੋ ਹਨ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ
ਇਹਨਾਂ ਚੌਹਾਂ ਪਦਾਰਥਾਂ ਦੇ ਦੇਣ ਵਾਲੇ ਦਾਤੇ ਹੈ ਸੱਚੇ ਪਾਤਸ਼ਾਹ ਜੀ। ਭੱਟ ਵੀ ਜੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਕਰਨਾ ਆਰੰਭ ਕਰਦੇ ਹੈ ਤਾਂ ਉਹ ਕਹਿੰਦੇ ਹੈ, ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਚਰਨ ਜਿਹੜੇ ਹੈ ਉਹ ਵਰਾਂ ਦੇ ਦਾਤੇ ਹਨ। ਇਸ ਕਰਕੇ ਕਹਿੰਦੇ ਇੱਕ ਮਨ ਪੁਰਖ ਧਿਆਏ ਬਰ ਦਾਤਾ, ਜਿਹੜੇ ਵਰਾਂ ਦੇ ਦੇਣ ਵਾਲੇ ਦਾਤੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਹੇ ਭੱਟ ਜਨੋ, ਇੱਕ ਮਨ ਹੋ ਕਰਕੇ ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਧਿਆਉਣਾ ਕਰੋ। ਮਹਾਰਾਜ ਦੇ ਚਰਨਾਂ ਦੇ ਨਾਲ ਆਪ ਦੀ ਸੁਰਤ ਨੂੰ ਜੋੜਨਾ ਕਰੋ। ਕਵੀਰਾਜ ਕਹਿੰਦੇ ਹੈ, ਬਰ ਜਿਹੜੇ ਸ਼੍ਰੇਸ਼ਟ ਹਨ, ਬਰ ਜਿਹੜੇ ਮੰਗਤੇ ਹਨ, ਜਾਚਨਾ ਕਰਦੇ ਹੈ ਸੰਸਾਰ ਦੇ ਅੰਦਰ ਕਿ ਮਹਾਰਾਜ ਸਾਨੂੰ ਆਹ ਪਦਾਰਥ ਪ੍ਰਾਪਤ ਹੋ ਜਾਣ, ਆਹ ਵਸਤੂਆਂ ਪ੍ਰਾਪਤ ਹੋਣ। ਜਿਹੜੇ ਸਤਿਗੁਰੂ ਜੀ ਦੇ ਕੋਲੋਂ ਭਾਵਨਾ ਦੇ ਨਾਲ ਜਾਚਨਾ ਕਰਦੇ ਆ, ਮੰਗਦੇ ਹਨ, ਕਵੀਰਾਜ ਕਹਿੰਦੇ ਗੁਰੂ ਸਾਹਿਬ ਜੀ ਉਹਨਾਂ ਨੂੰ ਚਾਰ ਪਦਾਰਥ ਦੇਣ ਵਾਸਤੇ ਸਮਰੱਥ ਦਾਤੇ ਹਨ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਦੇਰੀ ਨਹੀਂ ਲੱਗਦੀ ਸੱਚੇ ਪਾਤਸ਼ਾਹ ਜੀ ਮਹਾਰਾਜ। ਗਰੀਬ ਨਵਾਜ ਇਹੋ ਜਿਹੇ ਵਰਾਂ ਦੇ ਦਾਤੇ ਹਨ। ਜੇ ਕਿਸੇ ਦੇ ਇਉਂ ਜਿਹੜਾ ਸੀ ਮਨ ਦੇ ਅੰਦਰ ਵਕਾਰ ਨਹੀਂ ਸੀ ਛੁੱਟਦੇ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਬਖਸ਼ ਕਰਕੇ ਵਕਾਰਾਂ ਤੋਂ ਨਿਜਾਤ ਦਿੱਤੀ। ਜੇ ਕਿਸੇ ਨੂੰ ਪੁੱਤਰ ਚਾਹੀਦਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ 'ਤੇ ਅਰਦਾਸ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਤਰ ਦੀਆਂ ਦਾਤਾਂ ਬਖਸ਼ੀਆਂ ਹਨ। ਜੇ ਕਿਸੇ ਨੂੰ ਸੰਸਾਰ ਦੇ ਅੰਦਰ ਧਨ ਪਦਾਰਥ ਚਾਹੀਦਾ, ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਧਨ ਪਦਾਰਥ ਦੀ ਦਾਤ ਬਖਸ਼ਿਸ਼ ਕਰਦੇ ਹੈ। ਜੇ ਕੋਈ ਜਿਗਿਆਸੂ ਭਾਵਨਾ ਨਾਲ ਮਹਾਰਾਜ ਦੇ ਕੋਲੋਂ ਨਾਮ ਦੀ ਦਾਤ ਮੰਗਦਾ ਹੈ, ਮੁਕਤੀ ਦੀ ਦਾਤ ਮੰਗਦਾ ਹੈ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਮੁਕਤੀ ਦੀ ਦਾਤ ਦਿੰਦੇ ਹੈ। ਨਾਮ ਦੀ ਦਾਤ ਬਖਸ਼ ਕੇ ਮਹਾਰਾਜ ਜੀ ਨਿਹਾਲ ਕਰਦੇ ਹੈ। ਇਉਂ ਕਬੀਰਾਜ ਫਰਮਾਉਂਦੇ ਹਨ, ਵਿਚਾਰ ਕੋ ਮੂਰ ਉਦਾਰ ਸੁਹਾਵੈ। ਫਿਰ ਪਿੱਛੋਂ ਪੰਕਤੀ ਪੜੋ, ਬਰ ਚਾਰ ਪਦਾਰਥ ਦਾ ਬਰ ਚਾਰ। ਤੇ ਜਿਹੜੇ ਚਾਰ ਪਦਾਰਥ ਹਨ ਦਾ ਬਰ ਚਾਰ, ਇਹ ਚੌਹਾਂ ਹੀ ਬਰਾਂ ਦੇ ਦੇਣ ਵਾਲੇ ਹਨ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ। ਧਰਮ ਅਰਥ ਕਾਮ ਮੋਕਸ਼ ਚੌਹਾਂ ਪਦਾਰਥਾਂ ਨੂੰ ਬਖਸ਼ਣ ਵਾਲੇ ਹਨ, ਜਿਨ੍ਹਾਂ ਨੂੰ ਬੜਾ ਸ੍ਰੇਸ਼ਟ ਮੰਨਿਆ ਜਾਂਦਾ ਏ। ਵਿਚਾਰ ਕੋ ਮੂਰ ਉਦਾਰ ਸੁਹਾਵੈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਚਾਰ ਗਿਆਨ ਦੇ ਮੂਲ ਮੁੱਢ ਹਨ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ। ਤੇ ਉਦਾਰ ਚਿੱਤ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਰੂਪ ਬਹੁਤ ਸੋਹਣਾ ਸੁਹਾ ਰਿਹਾ ਹੈ, ਬੜਾ ਹੀ ਸੋਹਣਾ ਫੱਬ ਰਿਹਾ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਰੂਪ। ਮਹਾਰਾਜ ਸੱਚੇ ਪਾਤਸ਼ਾਹ ਦਾ ਚਿੱਤ ਬਹੁਤ ਉਦਾਰ ਹੈ। ਜੇ ਗਰੀਬ ਨਵਾਜ਼ ਸਤਿਗੁਰੂ ਜੀ ਦੇ ਕੋਲੋਂ ਕੋਈ ਆ ਕਰਕੇ ਕਿਸੇ ਵੀ ਧਰਮ ਨਾਲ ਫਿਰਕੇ ਨਾਲ ਸੰਬੰਧ ਰੱਖਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਦੇ ਉੱਤੇ ਹੀ ਬਖਸ਼ਿਸ਼ਾਂ ਕਰਦੇ ਆ, ਦਾਤਾਂ ਕਰਦੇ ਆ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਪਿਆਰ ਕਰਦੇ ਆ। ਸਭ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਰਹਿਨੁਮਾਈ ਲੈਂਦੇ ਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਾ ਚਿੱਤ ਬਹੁਤ ਉਦਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇਣ ਲੱਗਿਆਂ ਦੇਰ ਹੀ ਨਹੀਂ ਕਰਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ। ਐਸਾ ਸਤਿਗੁਰਾਂ ਜੀ ਦਾ ਪਵਿੱਤਰ ਸਰੂਪ ਹੈ ਜੋ ਗਿਆਨ ਦਾ ਸੋਮਾ ਹੈ। ਉਪਕਾਰ ਸਖਾ ਸੁਖਕਾਰ ਸਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਪਕਾਰ ਇਉਂ ਕਰਦੇ ਹੈ ਜਿਵੇਂ ਕੋਈ ਸਖਾ ਮਿੱਤਰ ਉਪਕਾਰ ਕਰਦਾ ਹੈ। ਜਿਵੇਂ ਕੋਈ ਮਿੱਤਰ ਸਹਾਇਤਾ ਕਰਦਾ ਨਾ, ਇਵੇਂ ਮਿੱਤਰਵਤ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸੇਵਕ ਦੀ ਸਹਾਇਤਾ ਕਰਦੇ ਹੈ। ਆਪਣੇ ਸਿੱਖਾਂ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਸਹਾਈ ਹੁੰਦੇ ਹੈ। ਇਸੇ ਪ੍ਰਕਾਰ ਹੀ ਉਪਕਾਰ ਸਖਾ ਸੁਖਕਾਰ ਸਦਾ। ਤੇ ਸਦਾ ਹੀ ਮਹਾਰਾਜ ਸੁੱਖਾਂ ਦੇ ਦੇਣ ਵਾਲੇ ਹੈ। ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਕ ਨੂੰ ਨਾਮ ਦਾ ਸੁੱਖ ਦਿੰਦੇ ਹੈ, ਆਤਮਿਕ ਆਨੰਦ ਦਾ ਸੁੱਖ ਦਿੰਦੇ ਹੈ। ਬਾਹਰੋਂ ਸਤਿਗੁਰੂ ਜੀ ਸੰਸਾਰ ਦੇ ਪਦਾਰਥਾਂ ਦੀ ਵੀ ਤੋੜ ਨਹੀਂ ਰਹਿਣ ਦਿੰਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਇਉਂ ਮਿੱਤਰਵਤ ਸਹਾਇਤਾ ਕਰਦੇ ਆ, ਉਪਕਾਰ ਕਰਦੇ ਆ। ਤਮ ਪਾਰ ਕਰੈ ਔਰ ਮੋਹ ਬਸ ਜਾਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਿਸ ਦੇ ਹਿਰਦੇ ਵਿੱਚ ਵਸ ਜਾਂਦੇ ਆ ਨਾ, ਉਹਨੂੰ ਇਹ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਨਾ, ਉਹਦੇ ਅੰਦਰੋਂ ਨਾਸ਼ ਕਰ ਦਿੰਦੇ ਆ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਉਹ ਅਗਿਆਨਤਾ ਦੇ ਹਨੇਰੇ ਨੂੰ ਆਪਣੇ ਅੰਦਰੋਂ ਨਾਸ਼ ਕਰਕੇ ਰੌਸ਼ਨੀ ਦੇ ਪ੍ਰਕਾਸ਼ ਵਿੱਚ ਉਹਦਾ ਜੀਵਨ ਜਿਹੜਾ ਨਾ ਉਹ ਰੁਸ਼ਨਾ ਜਾਂਦਾ ਹੈ।
ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਉਹ ਇਸ ਹਨੇਰ ਰੂਪੀ ਸੰਸਾਰ ਨੂੰ, ਜਿਸ ਦੇ ਅੰਦਰ ਪਾਪਾਂ ਦਾ ਅੰਧੇਰ ਪਿਆ ਹੋਇਆ ਹੈ, ਪਾਰ ਕਰ ਜਾਂਦੇ ਹੈ। ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਜਿਹੜੇ ਆ ਬੋਹਤ ਦੀ ਨਿਆਈ ਹਨ, ਜਹਾਜ਼ ਦੀ ਨਿਆਈ ਹਨ। ਇਸੇ ਪ੍ਰਕਾਰ ਹੀ ਤਮ ਪਾਰ ਕਰੈ ਉਰਮੋ ਬਸ ਜਾਵੈ। ਜੇ ਹਿਰਦੇ ਵਿੱਚ ਵਸ ਜਾਣ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ, ਤਾਂ ਇਸ ਪ੍ਰਕਾਰ ਹਨੇਰੇ ਨੂੰ ਨਾਸ਼ ਕਰ ਦਿੰਦੇ। ਅਗਿਆਨਤਾ ਦਾ ਹਨੇਰਾ ਨਾਸ਼ ਹੋ ਜਾਂਦਾ ਏ। ਅਗ ਜਾਲਨ ਤੇ ਜਮ ਜਾਲਨ ਤੇ। ਅੱਗ ਜਾਲਣ ਤੇ, ਜਾਲਣ ਹੈ ਜਿਹੜੇ ਸਮੂਹ, ਅੱਗ ਕਿਹੜੇ ਪਾਪ, ਸਮੂਹ ਪਾਪਾਂ ਨੂੰ ਅੱਗ ਜਾਲਣ ਤੇ, ਜਮ ਜਾਲਣ ਤੇ, ਜਮ ਜਿਹੜੀ ਮੌਤ ਹੈ, ਤੇ ਮੌਤ ਦੀ ਜਿਹੜੀ ਜਾਲਣ ਫਾਹੀ ਹੈ, ਮੌਤ ਦੀ ਫਾਹੀ ਤੋਂ ਛੁਡਾ ਲੈਣ ਵਾਲੇ ਹਨ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ। ਮਹਾਰਾਜ ਜੀ ਦੇ ਪਵਿੱਤਰ ਚਰਨ ਸਮੂਹ ਪਾਪਾਂ ਨੂੰ ਜਿਹੜਾ ਨਿਵਰਤ ਕਰ ਦੇਣ ਵਾਲੇ ਹੈ, ਸਮੂਹ ਪਾਪਾਂ ਤੋਂ ਛੁਡਾ ਲੈਣ ਵਾਲੇ ਹਨ। ਕਲ ਕਾਲਨ ਤੇ ਤਤਕਾਲ ਛੁਟਾਵੈ। ਸੱਚੇ ਪਾਤਸ਼ਾਹ ਜੀ ਕਲਯੁਗ ਦੇ ਕਾਲਨ ਸਮੇਂ ਤੋਂ ਵੀ ਤਤਕਾਲ ਛੁਡਾਵੈ। ਬਹੁਤ ਛੇਤੀ ਨਾਲ ਹੀ ਆਪਣੇ ਸੇਵਕ ਨੂੰ ਛੁਡਾ ਲੈਂਦੇ ਹੈ। ਕਲਯੁਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹੋ ਜਿਹਾ ਧਰਮ ਦਾ ਰਾਜ ਸਥਾਪਿਤ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਘਰ ਘਰ ਅੰਦਰ ਧਰਮਸਾਲ ਹੋਵੈ, ਕੀਰਤਨ ਸਦਾ ਵਸੋਵਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਲਯੁਗ ਦੇ ਅੰਦਰ ਹਜੂਰ ਨੇ ਅਵਤਾਰ ਧਾਰਨ ਕੀਤਾ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਪ੍ਰਕਾਸ਼ ਕੀਤਾ ਇਸ ਸੰਸਾਰ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਤਿਯੁਗ ਹੀ ਲਾ ਦਿੱਤਾ। ਇਹੋ ਜਿਹਾ ਧਰਮ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤਾ। ਇਉਂ ਕਲਯੁਗ ਦੇ ਭਿਆਨਕ ਸਮੇਂ ਤੋਂ, ਕਲਯੁਗ ਦੇ ਔਗਣਾਂ ਤੋਂ, ਜਿਹੜੇ ਕਾਲੇ ਪਾਪ ਹਨ ਉਹਨਾਂ ਤੋਂ ਛੁਡਾ ਲੈਣ ਵਾਲੇ ਹਨ ਸ੍ਰੀ ਗੁਰੂ ਜੀ ਦੇ ਚਰਨ। ਸਮੂਹ ਪਾਪਾਂ ਨੂੰ ਨਾਸ਼ ਕਰਨ ਵਾਲੇ ਹੈ। ਇਸ ਪ੍ਰਕਾਰ ਜਮ ਦੀ ਫਾਹੀ ਨੂੰ ਨਾਸ਼ ਕਰ ਦੇਣ ਵਾਲੇ ਹੈ ਸਤਿਗੁਰਾਂ ਜੀ ਦੇ ਚਰਨ, ਜਿਨ੍ਹਾਂ ਨੂੰ ਮਹਾਰਾਜ ਦੇ ਚਰਨਾਂ ਦਾ ਪਿਆਰ ਆਇਆ। ਜਿਵੇਂ ਤੁਲਸਾ ਨੇ ਸਤਿਗੁਰਾਂ ਜੀ ਦੇ ਚਰਨਾਂ ਨੂੰ ਆਪਣੀ ਰਸਨਾ ਹੀ ਲਾਈ ਸੀਗੀ। ਜਦੋਂ ਮਾਤਾ ਜੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਉਠਾ ਲਿਆ, ਅਤੇ ਜਦੋਂ ਗਈ ਸੀ ਦਾਸੀ ਤੁਲਸਾ ਉਠਾਉਣ ਵਾਸਤੇ, ਮਹਾਰਾਜ ਸਾਹਿਬ ਜੀ ਨੂੰ ਜਗਾਉਣ ਵਾਸਤੇ ਉਹਨੂੰ ਭੈ ਆਇਆ ਬਹੁਤ ਜ਼ਿਆਦਾ। ਜਦੋਂ ਉਹਨੇ ਡਰ ਮੰਨਿਆ ਕਿ ਵੇਖਿਆ ਕਿ ਸ੍ਰੀ ਗੁਰੂ ਜੀ ਦਾ ਸੱਜਾ ਚਰਨ ਜਿਹੜਾ ਚਾਦਰੇ ਤੋਂ ਅੰਗੂਠਾ ਬਾਹਰ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਤੁਲਸਾ ਨੇ ਆਪਦੀ ਰਸਨਾ ਲਾਤੀ। ਜਦੋਂ ਰਸਨਾ ਲੱਗੀ ਨਾ, ਤੇ ਉਸੇ ਵੇਲੇ ਉਸ ਨੂੰ ਗਿਆਨ ਹੋ ਆਇਆ, ਕਪਾਟ ਖੁੱਲ੍ਹ ਗਏ। ਜਿਵੇਂ ਜਹਾਜ਼ 'ਤੇ ਚੜ੍ਹਿਆ ਉੱਪਰੋਂ ਸਾਰੀ ਧਰਤੀ ਦਿਸਣ ਲੱਗ ਪੈਂਦੀ ਹੈ, ਇਉਂ ਬਿਰਤੀ ਉਹਦੀ ਇੰਨੀ ਉੱਚੀ ਹੋ ਗਈ, ਸਾਰੀ ਧਰਤੀ ਦਾ ਹਾਲ ਹੀ ਉਹਨੂੰ ਮਾਲੂਮ ਪੈ ਗਿਆ। ਕਿੱਥੇ ਕੀ ਹੋ ਰਿਹਾ ਸਭ ਕੁਛ ਹੀ ਉਹਨੂੰ ਪਤਾ ਚੱਲ ਗਿਆ। ਫਿਰ ਮਨ ਵਿੱਚ ਉਹਦੇ ਖਿਆਲ ਆਇਆ, ਸ੍ਰੀ ਗੁਰੂ ਜੀ ਇਸ ਵਕਤ ਕਿੱਥੇ ਹਨ? ਕੀ ਵੇਖਿਆ ਕਿ ਮਹਾਰਾਜ ਤਾਂ ਮਨਸੁਖ ਦਾ ਜਹਾਜ਼ ਜਿਹੜਾ ਹੈ ਉਹ ਸਮੁੰਦਰ ਦੇ ਤੂਫਾਨ ਵਿੱਚ ਘਿਰਿਆ ਹੋਇਆ ਹੈ, ਅਤੇ ਹਜੂਰ ਮੋਢਾ ਲਾ ਕਰਕੇ ਸਿੰਗਲਾ ਦੀਪ ਦੇ ਤੱਟ ਵੱਲ ਜਿਹੜਾ ਉਸ ਜਹਾਜ਼ ਨੂੰ ਲਾ ਰਹੇ ਹੈ। ਇਉਂ ਮਾਤਾ ਜੀ ਨੂੰ ਆ ਕਰਕੇ ਫਿਰ ਤੁਲਸਾ ਨੇ ਕਿਹਾ ਸੀ, ਮਾਤਾ ਜੀ ਗੁਰੂ ਸਾਹਿਬ ਤਾਂ ਸੇਵਕ ਦਾ ਕਾਰਜ ਪਏ ਕਰਦੇ ਹੈ, ਜਦੋਂ ਵਿਹਲੇ ਹੋ ਜਾਣਗੇ ਉਦੋਂ ਮੈਂ ਜਗਾ ਦਿਆਂਗੀ। ਮਾਤਾ ਜੀ ਆਪ ਉਠਾ ਲਿਆਏ ਸੀ ਸੱਚੇ ਪਾਤਸ਼ਾਹ ਜੀ ਨੂੰ। ਫਿਰ ਇਉਂ ਮਹਿਸੂਸ ਕੀਤਾ ਅਤੇ ਕਿਹਾ ਕਿ ਇਹ ਪੁੱਤਰ ਨਾਨਕ, ਜੇ ਤੂੰ ਕੋਈ ਕੰਮ ਕਰੇ ਤਾਂ ਸਾਨੂੰ ਲੋਕ ਮਖੌਲ ਨਾ ਕਰਨ। ਹੁਣ ਤਾਂ ਘਰ ਦੇ ਨੌਕਰ ਵੀ ਸਾਨੂੰ ਮਖੌਲ ਕਰਨ ਲੱਗ ਗਏ ਹੈ। ਸਤਿਗੁਰਾਂ ਜੀ ਨੇ ਕਿਹਾ, ਕੀ ਗੱਲ ਮਾਤਾ ਜੀ? ਆਹ ਦਾਸੀ ਤੁਲਸਾ ਹੀ ਹੁਣ ਕਹਿੰਦੀ ਹੈ ਕਿ ਜਦੋਂ ਗੁਰੂ ਜੀ ਕਾਰਜ ਕਰ ਹਟਣਗੇ, ਸੇਵਕ ਦਾ ਜਹਾਜ਼ ਬੰਨੇ ਲਾ ਲੈਣਗੇ, ਉਦੋਂ ਉਠਾ ਲਿਆਵਾਂਗੀ। ਸਤਿਗੁਰੂ ਜੀ ਹੱਸ ਕਰਕੇ ਮਾਤਾ ਜੀ 'ਤੇ ਪਰਦਾ ਪਾਇਆ, ਆਪਦੀ ਸ਼ਕਤੀ ਨਹੀਂ ਪ੍ਰਗਟ ਹੋਣ ਦਿੱਤੀ। ਆਖਿਆ, ਮਾਤਾ ਜੀ ਇਹ ਤੁਲਸਾ ਤਾਂ ਕਮਲੀ ਹੈ, ਇਹਦੇ ਆਖੇ ਨਾ ਲੱਗਿਆ ਕਰੋ। ਜੋ ਤੁਲਸਾ ਸੀ ਉਹਨੂੰ ਗਿਆਨ ਤਾਂ ਅੰਦਰ ਦ੍ਰਿੜ ਰਿਹਾ, ਪਰ ਗੁਰੂ ਜੀ ਦੇ ਬਚਨ ਕਰਕੇ ਬਾਹਰੋਂ ਕਮਲ ਦਾ ਤਾਲਾ ਲੱਗ ਗਿਆ। ਮੁਖ ਤੋਂ ਜੇ ਕੋਈ ਗੱਲ ਬੋਲਦੀ ਹੈ ਤੇ ਲੋਕ ਸਮਝਦੇ ਹੈ ਤਾਂ ਕਮਲੀ ਹੈ। ਅੰਦਰ ਉਸ ਦੇ ਬ੍ਰਹਮ ਗਿਆਨ ਦੀ ਅਵਸਥਾ ਹੈ, ਗਿਆਨ ਦੀ ਅਵਸਥਾ ਹੈ, ਪਰ ਬਾਹਰੋਂ ਜਿਹੜਾ ਹੈ ਉਹਦੇ ਮੁਖ ਦੇ ਉੱਤੇ ਇਸ ਪ੍ਰਕਾਰ ਕੋਈ ਗੱਲ ਕਰਦੀ ਹੈ, ਕਿਸੇ ਨੂੰ ਦੱਸਦੀ ਹੈ ਤਾਂ ਕੋਈ ਯਕੀਨ ਹੀ ਨਹੀਂ ਮੰਨਦਾ, ਉਹਨੂੰ ਕਮਲੀ ਸਮਝਦੇ ਹੈ। ਸੰਸਾਰ ਦੇ ਅੰਦਰ ਭਗਤਾਂ ਦੀ ਇਹੋ ਜਿਹੀ ਹਾਲਤ ਹੋ ਜਾਂਦੀ ਹੈ, ਬਾਹਰੋਂ ਜੇ ਕੋਈ ਉਹਨਾਂ ਨੂੰ ਪ੍ਰਤੀਤ ਕਰਦਾ ਹੈ ਤੇ ਵੇਖਣ ਨੂੰ ਕਮਲੇ ਪ੍ਰਤੀਤ ਹੁੰਦੇ ਹੈ, ਪਰ ਅੰਦਰੋਂ ਉਹਨਾਂ ਦੀ ਅਵਸਥਾ ਜਿਹੜੀ ਆ ਗਿਆਨ ਅਰੂੜ ਰਹਿੰਦੀ ਹੈ।
ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਜਿਸ ਕਿਸੇ ਨੇ ਸ਼ਰਧਾ ਨਾਲ, ਪਿਆਰ ਨਾਲ ਧਿਆਨ ਧਾਰ ਕੇ ਚੇਤੇ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸੇਵਕ ਦੀ ਰੱਖਿਆ ਕੀਤੀ ਹੈ। ਜੋ ਪਦਾਰਥ ਮੰਗਦਾ ਹੈ, ਮਹਾਰਾਜ ਸਾਹਿਬ ਜੀ ਉਹ ਪਦਾਰਥ ਦੇਣ ਨੂੰ ਸਮਰੱਥ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਕਵੀਰਾਜ ਫਰਮਾਉਂਦੇ ਹੈ ਕਿ ਜਿਹੜੇ ਜੀਵ ਪਾਪਾਂ ਤੋਂ ਨਹੀਂ ਛੁੱਟ ਸਕਦੇ, ਬਿਰਤੀ ਪਾਪਾਂ 'ਚ ਹੀ ਹਰ ਵੇਲੇ ਗਲੀਨ ਰਹਿੰਦੀ ਹੈ, ਮਲੀਨ ਰਹਿੰਦੀ ਹੈ, ਮੌਤ ਦਾ ਭੈ ਨਹੀਂ ਛੁੱਟਦਾ, ਹਰ ਵੇਲੇ ਮਰਨ ਦਾ ਡਰ ਵਿਆਪਦਾ ਰਹਿੰਦਾ ਹੈ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਛਿਨ ਮਾਤਰ ਸਮੇਂ ਵਿੱਚ ਜ਼ਿਕਰ ਕਰਦੇ ਹਨ। ਫਿਰ ਪੜ੍ਹਦੇ ਹੋ, ਅਗ ਜਾਲਨ ਤੇ ਜਮ ਜਾਲਨ ਤੇ। ਜਿਹੜੇ ਸਮੂਹ ਪਾਪ ਹਨ ਉਹ ਸਾਰੇ ਹੀ ਇਉਂ ਖਹਿੜਾ ਛੱਡ ਜਾਂਦੇ ਆ ਜਦੋਂ ਸਤਿਗੁਰਾਂ ਜੀ ਦੇ ਚਰਨ ਹਿਰਦੇ ਵਿੱਚ ਆ ਕਰਕੇ ਵਸ ਜਾਣ। ਮੌਤ ਦਾ ਭੈ ਵੀ ਜਿਹੜਾ, ਮੌਤ ਦੀ ਫਾਹੀ ਜਿਹੜੀ ਉਹ ਵੀ ਕੱਟੀ ਜਾਂਦੀ ਹੈ, ਮੌਤ ਦਾ ਭੈ ਨਾਸ਼ ਹੋ ਜਾਂਦਾ ਹੈ ਅੰਦਰੋਂ। ਕਲ ਕਾਲਨ ਤੇ ਤਤਕਾਲ ਛੁਟਾਵੈ। ਸੱਚੇ ਪਾਤਸ਼ਾਹ ਜੀ ਕਲਯੁਗ ਦੇ ਜਿਹੜੇ ਦੁੱਖ ਹਨ ਉਹਨਾਂ ਤੋਂ ਤਤਕਾਲ ਹੀ ਛੁਡਾ ਲੈਂਦੇ, ਉਸੇ ਵੇਲੇ ਹੀ ਆਪਣੇ ਸੇਵਕ ਦੀ ਰੱਖਿਆ ਕਰਦੇ ਆ। ਅਰਬਿੰਦ ਬਿਖੇ ਗੁਣ ਇਹ ਸਭ ਹੋਏ। ਕਿਉਂ ਕਵੀਰਾਜ ਕਹਿੰਦੇ ਆ ਕਿ ਜਿਹੜਾ ਅਰਬਿੰਦ ਕਮਲ ਫੁੱਲ ਹੈ ਉਹਦੇ ਵਿੱਚ ਜੇ ਇਹ ਸਾਰੇ ਗੁਣ ਹੋਣ ਤਾਂ ਤਬੈ ਉਪਮਾ ਪਗ ਸ੍ਰੀ ਗੁਰ ਪਾਵੈ। ਤਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਉਪਮਾ ਦੀ ਬਰਾਬਰਤਾ ਪਾ ਸਕਦਾ ਹੈ ਨਾ। ਨਹੀਂ ਤਾਂ ਕਿਵੇਂ ਕਮਲ ਫੁੱਲ ਮਹਾਰਾਜ ਜੀ ਦੇ ਚਰਨਾਂ ਦੇ ਬਰਾਬਰ ਹੋ ਸਕਦਾ ਹੈ। ਕਵੀਰਾਜ ਜੀ ਨੇ ਪ੍ਰਮਾਣ ਦੇ ਲਈ ਸਤਿਗੁਰਾਂ ਜੀ ਦੇ ਚਰਨਾਂ ਦਾ ਜਿਹਦਾ ਜਸ ਕੀਤਾ ਹੈ, ਕਮਲ ਫੁੱਲ ਦੇ ਦ੍ਰਿਸ਼ਟਾਂਤ ਰੱਖੇ ਹੈ, ਪਰ ਦਰਸਾ ਰਹੇ ਹਨ ਕਿ ਜਿਹੜਾ ਕਮਲ ਫੁੱਲ ਵੈ ਉਹ ਹੁਣ ਪਾਪਾਂ ਨੂੰ ਨਾਸ਼ ਨਹੀਂ ਨਾ ਕਰ ਸਕਦਾ। ਕਮਲ ਫੁੱਲ ਜਮਾਂ ਦਾ ਡਰ ਨਹੀਂ ਨਾਸ਼ ਕਰ ਸਕਦਾ। ਕਲਯੁਗ ਦੇ ਜਿਹੜੇ ਦੁੱਖ ਵੈ ਉਹਨਾਂ ਨੂੰ ਕਮਲ ਫੁੱਲ ਨਾਸ਼ ਨਹੀਂ ਕਰ ਸਕਦਾ ਹੈ। ਫਿਰ ਚਾਰ ਪਦਾਰਥ ਨਹੀਂ ਦੇ ਸਕਦਾ ਹੈ ਕਮਲ ਫੁੱਲ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਜਿੱਥੇ ਚਾਰ ਪਦਾਰਥ ਦੇਣ ਦੇ ਸਮਰੱਥ ਵੈ, ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਕੱਟ ਦੇਣ ਦੇ ਸਮਰੱਥ ਹਨ। ਮਹਾਰਾਜ ਸੱਚੇ ਪਾਤਸ਼ਾਹ ਪਾਪਾਂ ਦੇ ਨਾਸ਼ਕ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨਾਮ ਅੰਮ੍ਰਿਤ ਦੇ ਦਾਤੇ ਨੇ, ਮੁਕਤੀ ਦੇ ਦਾਤੇ ਹਨ। ਇਹ ਸਾਰੇ ਗੁਣ ਹੋਣ ਕਮਲ ਫੁੱਲ ਦੇ ਅੰਦਰ, ਕਵੀਰਾਜ ਕਹਿੰਦੇ ਫਿਰ ਤਾਂ ਕਮਲ ਫੁੱਲ ਸ੍ਰੀ ਗੁਰੂ ਜੀ ਦੇ ਚਰਨਾਂ ਦੀ ਬਰਾਬਰਤਾ ਕਰੇ, ਪਰ ਇਹ ਗੁਣ ਹੈ ਹੀ ਨਹੀਂ ਕਮਲ ਫੁੱਲ ਦੇ ਅੰਦਰ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਜਿਹੜੇ ਹਨ ਨਾ ਉਹ ਮਹਾਰਾਜ ਦੇ ਚਰਨ ਹੀ ਹੈ। ਕਮਲ ਫੁੱਲ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਤੁਲ ਬਰਾਬਰ ਨਹੀਂ ਆ ਸਕਦਾ। ਦੋਹਰਾ ਸ੍ਰੀ ਅੰਗਦ ਕੰਦਨ ਬਿਗਨ। ਹੁਣ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਨਾਮ ਦਾ ਮੰਗਲ ਕਰਦੇ ਹੈ ਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਿਗਨਾਂ ਦੇ ਕੰਦਨ ਕੱਟਣ ਵਾਲੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਸ਼ਨ ਹੀ ਬਿਗਨਾਂ ਦਾ ਨਾਸ਼ਕ ਹੈ। ਬਦਨ ਸੋ ਮੰਗਲ ਸਾਲ। ਤੇ ਮਹਾਰਾਜ ਜੀ ਦਾ ਜਿਹੜਾ ਬਦਨ ਮੁਖੜਾ ਹੈ ਨਾ, ਇਹ ਜਾਣੋ ਕਿ ਮੰਗਲ ਖੁਸ਼ੀਆਂ ਦਾ ਸਾਲ ਘਰ ਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਮਸਤਕ ਇੰਨਾ ਖਿੜਿਆ ਰਹਿੰਦਾ ਗਰੀਬ ਨਵਾਜ ਜੀ ਦਾ ਕਿ ਜਿਹੜਾ ਵੀ ਕੋਈ ਦਰਸ਼ਨ ਕਰਦਾ ਸੀ ਮਹਾਰਾਜ ਜੀ ਦੇ ਦਰਸ਼ਨ ਵੇਖ ਕੇ ਨਿਹਾਲ ਹੋ ਜਾਂਦਾ ਸੀ। ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਆਪ ਜੀ ਦਾ ਜਿਹੜਾ ਬਦਨ ਮੁਖੜਾ ਹੈ ਇਹ ਮਹਾਰਾਜ ਮੰਗਲ ਖੁਸ਼ੀਆਂ ਦਾ ਸਾਲ ਘਰ ਹੀ ਹੈ। ਇਉਂ ਲੱਗਦਾ ਜਿਵੇਂ ਸਾਰਾ ਖੇੜਾ, ਸਾਰੀ ਖੁਸ਼ੀ ਆਪ ਦੇ ਮੁਖਾਰਬਿੰਦ ਤੇ ਹੀ ਆ ਕੇ ਵਾਸ ਕਰ ਲਿਆ ਹੈ। ਇਉਂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਮੁਖੜਾ ਜਿਹੜਾ ਖੁਸ਼ੀਆਂ ਦੇ ਸਹਿਤ ਖਿੜਿਆ ਰਹਿੰਦਾ ਏ। ਪਰਨ ਸ਼ਰਨ ਕਰ ਚਰਨ ਕੋ। ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਸ਼ਰਨ ਦਾ ਜੋ ਪਰਨ ਆਸਰਾ ਹੈ, ਨਮਸਕਾਰ ਧਰ ਭਾਲ। ਇਹ ਮਹਾਰਾਜ ਲੈਣਾ ਕੀਤਾ ਹੈ। ਚਰਨਾਂ ਦਾ ਆਸਰਾ ਲੈ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਭਾਲ ਜਿਹੜਾ ਨਾ ਆਪਣਾ ਮੱਥਾ ਮਸਤਕ ਰੱਖ ਕਰਕੇ ਕਵੀਰਾਜ ਜੀ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ। ਐਸੇ ਦੀਨ ਦਿਆਲ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਮੇਰੀ ਨਮਸਕਾਰ ਹੈ, ਜਿਨ੍ਹਾਂ ਦਾ ਮੁਖੜਾ ਵੇਖ ਕਰਕੇ ਹੀ, ਪਵਿੱਤਰ ਚਿਹਰੇ ਨੂੰ ਵੇਖ ਕਰਕੇ ਹੀ ਜੀਆਂ ਦੇ ਅੰਦਰ ਖੁਸ਼ੀ ਆ ਜਾਂਦੀ ਹੈ, ਖੇੜਾ ਆ ਜਾਂਦਾ ਹੈ, ਗਮੀ ਝੋਰੇ ਨਾਸ਼ ਹੋ ਜਾਂਦੇ ਹੈ। ਐਸਾ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਮੁਖਾਰਬਿੰਦ। ਸਵਈਆ ਪਾਸ ਪਰਾਗ ਸੀ ਸੋਹਤ ਸੁੰਦਰ। ਹੁਣ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਉਪਮਾ ਕਰਦੇ ਹੈ। ਕਹਿੰਦੇ ਜਿਹੜੀ ਪਰਾਗ ਹੁੰਦਾ ਹੈ ਨਾ, ਜਿਵੇਂ ਇਹ ਫੁੱਲ ਹੁੰਦਾ ਕਮਲ ਦਾ, ਇੱਕ ਨਰ ਹੁੰਦਾ ਇੱਕ ਮਦੀਨ ਹੁੰਦਾ। ਜਿਹੜਾ ਨਰ ਫੁੱਲ ਹੁੰਦਾ ਨਾ ਉਹਦੇ ਉੱਤੇ ਜਿਹੜਾ ਧੂੜਾ ਹੁੰਦਾ ਨਾ ਪਿਆ ਹੋਇਆ ਫੁੱਲ ਦੇ ਵਿਚਕਾਰ,
ਉਹਨੂੰ ਪਰਾਗ ਕਹਿੰਦੇ ਆ। ਤੇ ਇੱਥੇ ਦੱਸਦੇ ਹਨ, ਹੁਣ ਕਵੀਰਾਜ ਜੀ ਦ੍ਰਿਸ਼ਟਾਂਤ ਧਰ ਧਰ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਉਪਮਾ ਕਰਦੇ ਆ। ਫਰਮਾਉਂਦੇ ਹਨ ਪਾਸ ਪਰਾਗ ਸੀ ਸੋਹਤ ਸੁੰਦਰ। ਕਿ ਮਹਾਰਾਜ ਆਪ ਜੀ ਦੇ ਚਰਨਾਂ ਦੇ ਉੱਤੇ ਜਿਹੜੀ ਪਾਸ ਧੂੜ ਹੈ ਨਾ, ਜਿਵੇਂ ਕਮਲ ਫੁੱਲ ਦੇ ਉੱਤੇ ਪਿਆ ਹੋਇਆ ਉਹ ਜਿਹੜਾ ਪਰਾਗ ਧੂੜਾ ਹੈ ਬੜਾ ਹੀ ਸ਼ੋਭਦਾ ਹੈ, ਇਵੇਂ ਸ੍ਰੀ ਗੁਰੂ ਜੀ ਦੇ ਚਰਨਾਂ ਦੇ ਉੱਤੇ ਪਈ ਹੋਈ ਧੂੜ ਜਿਹੜੀ ਆ ਉਹ ਸ਼ੋਭ ਰਹੀ ਹੈ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਲੱਗੀ ਹੋਈ ਧੂੜ ਦੀ ਸ਼ੋਭਾ ਉਸ ਪਰਾਗ ਦੇ ਨਾਲ ਕਰ ਰਹੇ ਹੈ, ਕਿਉਂਕਿ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਿੱਖੀ ਦੇ ਮਾਰਗ ਦੇ ਪਾਂਧੀ ਹਨ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿੱਖੀ ਆਪ ਨੇ ਇਹੋ ਜਿਹੀ ਕਮਾਈ ਹੈ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਖ ਲਈ ਸੀ ਨਾ, ਤੇ ਉਦੋਂ ਪਰਖ ਵਿੱਚੋਂ ਕੇਵਲ ਤੇ ਕੇਵਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹੀ ਪੂਰੇ ਉਤਰੇ ਸੀ। ਗਰੀਬ ਨਵਾਜ ਜ਼ਿਕਰ ਆਉਂਦਾ ਜਨਮ ਸਾਖੀਆਂ ਵਿੱਚ ਕਿ ਉਦੋਂ 24,000 ਦੇ ਕਰੀਬ ਸਿੱਖ ਇਕੱਠੇ ਹੋਏ ਸੀ ਜਦੋਂ ਮਹਾਰਾਜ ਜੀ ਨੇ ਪਰਖ ਕੀਤੀ ਸੀਗੀ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਆਪ ਗੁਰੂ ਨਾਨਕ ਸਾਹਿਬ ਜੀ ਦੇ ਸਿੱਖੀ ਦੇ ਮਾਰਗ ਤੇ ਚੱਲੇ। ਉਹ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਦੇ ਉੱਤੇ ਜਿਹੜੀ ਧੂੜ ਪਈ ਹੋਈ ਹੈ ਨਾ, ਇਹ ਕਮਲ ਫੁੱਲ ਦੇ ਉੱਤੇ ਜਿਵੇਂ ਪਰਾਗ ਪਿਆ ਹੁੰਦਾ ਨਾ ਧੂੜਾ, ਇਉਂ ਸੱਚੇ ਪਾਤਸ਼ਾਹ ਜੀ ਪਈ ਹੋਈ ਧੂੜ ਜਿਹੜੀ ਹੈ ਬੜੀ ਫੱਬਦੀ ਹੈ, ਬੜੀ ਸੁੰਦਰ ਲੱਗਦੀ ਹੈ। ਗੰਧ ਸੀ ਕੀਰਤ ਮਦ ਬਸਾਨਾ। ਫਿਰ ਜਿਹੜਾ ਕਮਲ ਫੁੱਲ ਹੁੰਦਾ ਉਹਦੇ ਅੰਦਰ ਸੁਗੰਧੀ ਵਸਦੀ ਹੈ, ਉਹਦੇ ਵਿੱਚ ਸੁਗੰਧੀ ਹੁੰਦੀ ਹੈ, ਖੁਸ਼ਬੂ ਹੁੰਦੀ ਹੈ। ਸ੍ਰੀ ਗੁਰੂ ਜੀ ਦੇ ਚਰਨਾਂ ਦੀ ਜਿਹੜੀ ਕੀਰਤੀ ਹੈ ਨਾ, ਇਹ ਸੁਗੰਧੀ ਦੀ ਨਿਆਈ ਫੈਲ ਰਹੀ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਅਜਿਹਾ ਕਮਾਇਆ ਕਿ ਆਪ ਦੀ ਕੀਰਤੀ ਚਾਹਾਂ ਕੁੰਟਾਂ ਵਿੱਚ ਫੈਲ ਗਈ। ਇਹੋ ਜਿਹੀ ਸੱਚੇ ਪਾਤਸ਼ਾਹ ਆਪ ਜੀ ਵਿੱਚੋਂ ਭਗਤੀ ਦੀ ਸੁਗੰਧੀ ਆਉਂਦੀ ਹੈ ਕਿ ਸਾਰਾ ਵਾਤਾਵਰਨ ਹੀ ਮਹਿਕਣ ਲੱਗ ਪਿਆ। ਇਸੇ ਕਰਕੇ ਜਿਹੜੇ ਸੱਤੇ ਤੇ ਬਲਵੰਡੇ ਨੇ ਵੀ ਇਹ ਬਚਨ ਕਹੇ ਹੈ ਕਿ ਮਹਾਰਾਜ ਆਪ ਦੀ ਦਰਗਾਹ ਦੇ ਅੰਦਰ, ਆਪ ਜੀ ਦੇ ਦਰਬਾਰ ਦੇ ਅੰਦਰ ਕੁਦਰਤੀ ਨੂਰ ਦੀ ਵਰਖਾ ਹੁੰਦੀ ਹੈ। ਇਹੋ ਜਿਹੀ ਭਗਤੀ ਦੀ ਖੁਸ਼ਬੂ ਸੱਚੇ ਪਾਤਸ਼ਾਹ ਮਹਾਰਾਜ ਆਪ ਨੇ ਫੈਲਾਈ ਹੈ। ਜਿਹੜਾ ਕਮਲ ਫੁੱਲ ਹੈ ਉਹ ਤਾਂ ਇਸ ਪ੍ਰਕਾਰ ਸੁਗੰਧੀ ਵੰਡਦਾ ਨਾ, ਮਹਾਰਾਜ ਆਪ ਨੇ ਗੁਰੂ ਨਾਨਕ ਸਾਹਿਬ ਦੀ ਕੀਰਤੀ ਦਾ ਵਿਸਥਾਰ ਕੀਤਾ, ਕੀਰਤੀ ਦਾ ਫੈਲਾਅ ਕੀਤਾ, ਜਸ ਫੈਲਿਆ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦਾ। ਮਹਾਰਾਜ ਸੱਚੇ ਪਾਤਸ਼ਾਹ ਜਸ ਰੂਪੀ ਖੁਸ਼ਬੂ ਜਿਹੜੀ ਹੈ ਉਹ ਆਪ ਦੇ ਗਰੀਬ ਨਵਾਜ ਸੱਚੇ ਪਾਤਸ਼ਾਹ ਚਰਨਾਂ ਰੂਪੀ ਕਮਲਾਂ ਵਿੱਚੋਂ ਆਉਂਦੀ ਹੈ। ਕੋਮਲਤਾ ਇੱਕ ਸੀ। ਤੇ ਫਿਰ ਜਿਹੜੀ ਕੋਮਲਤਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ, ਕਹਿੰਦੇ ਜਿਵੇਂ ਫੁੱਲ ਕਮਲ ਫੁੱਲ ਕੋਮਲ ਹੁੰਦਾ ਨਾ, ਤੇ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨ ਵੀ ਕੋਮਲ ਹਨ। ਕਮਲ ਫੁੱਲ ਦੀ ਕੋਮਲਤਾ ਤੇ ਸ੍ਰੀ ਗੁਰੂ ਜੀ ਦੇ ਚਰਨਾਂ ਦੀ ਕੋਮਲਤਾ ਜਿਹੜੀ ਹੈ ਨਾ ਇੱਕ ਸੀ, ਕਹਿੰਦੇ ਇਹ ਤਾਂ ਬਰਾਬਰ ਹੈ। ਨਿਰਲੇਪਤਾ ਸੀ ਨਿਰਲੇਪ ਸਮਾਨਾ। ਫਿਰ ਨਿਰਲੇਪਤਾ ਵੀ ਜਿਹੜੀ ਹੈ ਨਾ ਉਹ ਇੱਕ ਸਮਾਨ ਹੈ। ਜਿਵੇਂ ਕਮਲ ਦਾ ਫੁੱਲ ਜਿਹੜਾ ਪਾਣੀ ਵਿੱਚ ਰਹਿੰਦਾ ਹੋਇਆ ਫਿਰ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਚਿੱਕੜ ਤੋਂ ਨਿਰਲੇਪ ਰਹਿੰਦਾ ਹੈ, ਇਵੇਂ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਇਸ ਸੰਸਾਰ ਦੇ ਅੰਦਰ ਪਦਾਰਥਾਂ ਰੂਪੀ ਪਾਣੀ ਵਿੱਚ ਸਤਿਗੁਰੂ ਜੀ ਰਹਿੰਦੇ ਹੈ, ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਸਾਰੇ ਪਦਾਰਥਾਂ ਦੇ ਰਸਾਂ ਕਸਾਂ ਤੋਂ ਗਰੀਬ ਨਵਾਜ ਜੀ ਨਿਰਲੇਪ ਰਹਿੰਦੇ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਇਉਂ ਜ਼ਿਕਰ ਆਉਂਦਾ ਹੈ ਕਿ ਆਪ ਇੰਨੇ ਨਿਰਲੇਪ ਸਨ, ਜਦੋਂ ਹਜ਼ੂਰ ਨੇ ਆਪ ਨੂੰ ਗੁਰਿਆਈ ਤਖਤ ਦਿੱਤਾ ਸੀਗਾ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰੀਆਂ ਸ਼ਕਤੀਆਂ ਜਿਹੜੀਆਂ ਸੀ ਆਪਣੇ ਸਾਹਮਣੇ ਹੱਥ ਜੋੜ ਕੇ ਖੜੀਆਂ ਹੋਈਆਂ ਵੇਖ ਲਈਆਂ। ਇੰਨੇ ਨਿਰਲੇਪ ਸੀ ਮਹਾਰਾਜ। ਹਜ਼ੂਰ ਦੇ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਇਹਨਾਂ ਸ਼ਕਤੀਆਂ ਨੂੰ ਕੀ ਕਰਾਉਣਾ, ਸਾਨੂੰ ਨਹੀਂ ਚਾਹੀਦੀਆਂ। ਮਹਾਰਾਜ ਜੀ ਨੇ ਆਖਿਆ ਸੀ, ਭਾਈ ਪੁਰਖਾ ਇਹ ਗੁਰਤਾ ਦੀਆਂ ਦਾਸੀਆਂ ਹਨ, ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣਗੀਆਂ, ਤੁਸੀਂ ਇਹਨਾਂ ਕੋਲੋਂ ਸੇਵਾ ਲੈਣੀ ਹੈ ਆਪਣੀ ਮਰਜ਼ੀ ਹੈ ਲਿਓ, ਨਹੀਂ ਲੈਣੀ ਤਾਂ ਨਾ ਲਿਓ, ਪਰ ਤੁਹਾਡੀ ਸੇਵਾ ਵਿੱਚ ਸਦਾ ਇਹ ਸ਼ਕਤੀਆਂ ਹਾਜ਼ਰ ਰਹਿਣਗੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਇਤਿਹਾਸ ਹੈ, ਆਪ ਨੇ ਸਾਰੀ ਜ਼ਿੰਦਗੀ ਕਦੇ ਸ਼ਕਤੀ ਨਾ ਸੀ ਪ੍ਰਗਟ ਕੀਤੀ। ਗਰੀਬ ਨਵਾਜ ਜੀ ਨੇ ਆਜ਼ਾਦ ਸ਼ਕਤੀ ਨੂੰ ਆਪਣੇ ਅੰਦਰ ਜਰ ਕੇ ਰੱਖਿਆ ਸਤਿਗੁਰਾਂ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਮਲ ਫੁੱਲ ਪਾਣੀ ਵਿੱਚ ਰਹਿੰਦਾ, ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਇਵੇਂ ਸੱਚੇ ਪਾਤਸ਼ਾਹ ਆਪ ਜਗਤ ਦੇ ਸੁੱਖਾਂ ਵਿੱਚ ਰਹੇ, ਪਰ ਇਹਨਾਂ ਸਾਰੇ ਸੁੱਖਾਂ ਤੋਂ ਮਹਾਰਾਜ ਆਪ ਨਿਰਲੇਪ ਰਹੇ। ਉਹ ਗਰੀਬ ਨਵਾਜ ਸੱਚੇ ਪਾਤਸ਼ਾਹ
ਕਮਲ ਫੁੱਲ ਵਰਗੀ ਨਿਰਲੇਪਤਾ ਹੈ ਆਪ ਦੇ ਅੰਦਰ। ਜੋ ਭਵ ਭੂਰ ਭਰਾ ਸਰਸੀ। ਇਸ ਪ੍ਰਕਾਰ ਜਿਹੜਾ ਭਾਵ ਸੰਸਾਰ ਹੈ ਉਹ ਜਿਹੜਾ ਭੂਰ ਬਹੁਤਾ ਹੀ ਭਰਾ ਭਰਿਆ ਹੋਇਆ ਹੈ ਤਲਾਬ ਦੀ ਤਰ੍ਹਾਂ। ਇਸ ਪ੍ਰਕਾਰ ਜਿਵੇਂ ਤਲਾਬ ਭਰਿਆ ਹੁੰਦਾ ਨਾ, ਜਿਵੇਂ ਝੀਲਾਂ ਭਰੀਆਂ ਹੁੰਦੀਆਂ ਪਾਣੀ ਦੇ ਨਾਲ, ਕਹਿੰਦੇ ਇਹ ਸੰਸਾਰ ਇੱਕ ਤਲਾਬ ਦੀ ਨਿਆਈ ਹੈ। ਤੇ ਭਰਿਆ ਹੋਇਆ ਕਾਹਦੇ ਨਾਲ ਹੈ? ਪਦਾਰਥਾਂ ਰੂਪੀ ਪਾਣੀ ਨਾਲ ਭਰਿਆ ਹੋਇਆ। ਬਹੁਤ ਸਾਰੇ ਪਦਾਰਥ ਜਿਹੜੇ ਸੰਸਾਰ ਦੇ ਅੰਦਰ ਪਰਾਰਬਧ ਦੇ ਮੁਤਾਬਕ ਪ੍ਰਾਪਤ ਹੋ ਰਹੇ ਹੈ, ਚਿੱਤ ਉਹਨਾਂ ਦੇ ਅੰਦਰ ਹੀ ਖੁੱਭਿਆ ਰਹਿੰਦਾ ਹੈ, ਮੈਨੂੰ ਆਹ ਵੀ ਮਿਲ ਜਾਵੇ, ਉਹ ਵੀ ਪ੍ਰਾਪਤ ਹੋਵੇ। ਇਹ ਤੀਬਰ ਇੱਛਾ ਲੱਗੀ ਰਹਿੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਇਉਂ ਕਮਲ ਫੁੱਲ ਦੀ ਤਰ੍ਹਾਂ ਨਿਰਲੇਪ ਰਹਿੰਦੇ ਆ। ਇਹ ਦ੍ਰਿਸ਼ਟਾਂਤ ਦੇ ਰਹੇ ਹਨ ਕਬੀਰਾਜ ਜੀ। ਕਹਿੰਦੇ ਇਹ ਸੰਸਾਰ ਜਿਹੜਾ ਨਾ ਇਹ ਤਲਾਬ ਦੀ ਨਿਆਈ ਹੈ, ਝੀਲ ਦੀ ਨਿਆਈ ਹੈ, ਤੇ ਇਹ ਇਸ ਪ੍ਰਕਾਰ ਪਦਾਰਥਾਂ ਰੂਪੀ ਜਲ ਨਾਲ ਬਹੁਤਾ ਭਰਿਆ ਹੋਇਆ ਹੈ। ਤਿਸ ਤੇ ਨਿਤ ਊਰਦ ਸੋ ਬਿਗਸਾਨਾ। ਜਿਵੇਂ ਜਲ ਤੋਂ ਊਰਦ ਉੱਪਰ ਨੂੰ ਉੱਠ ਕਰਕੇ ਕਮਲ ਦਾ ਫੁੱਲ ਸਦਾ ਬਿਗਸਾਨਾ ਖਿੜਿਆ ਰਹਿੰਦਾ ਨਾ, ਇਵੇਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਆਪ ਸੰਸਾਰ ਦੇ ਰਸਾਂ ਕਸਾਂ ਤੋਂ ਸਦਾ ਉੱਪਰ ਉੱਠ ਕਰਕੇ ਆਪ ਦਾ ਮੁਖਾਰ ਬਿੰਦ ਸਦਾ ਹੀ ਖਿੜਿਆ ਰਹਿੰਦਾ ਹੈ। ਮਹਾਰਾਜ ਆਪ ਦੇ ਮਸਤਕ ਦਾ ਦਰਸ਼ਨ ਵੇਖ ਕਰਕੇ ਹੀ ਜੀ ਨਿਹਾਲ ਹੋ ਜਾਂਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹੋ ਜਿਹਾ ਪਵਿੱਤਰ ਦੀਦਾਰ ਹੈ ਅਰਬਿੰਦ ਸੇ ਅੰਗਦ ਕੇ ਪਗ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਹਨ ਨਾ, ਕਬੀਰਾਜ ਕਹਿੰਦੇ ਠੀਕ ਜਿਹੜੇ ਹਨ ਨਾ ਕਮਲ ਫੁੱਲ ਵਰਗੇ ਹਨ। ਮੋਖਦ ਏਕ ਬਸੇਖਤਾ ਜਾਨਾ। ਪਰ ਇੱਕ ਵਿਸ਼ੇਸ਼ਤਾ ਹੈ ਜਿਹੜੀ ਕਮਲ ਫੁੱਲ ਵਿੱਚ ਨਹੀਂ ਹੈਗੀ। ਉਹ ਕਬੀਰਾਜ ਕਿਹੜੀ ਹੈ? ਕਹਿੰਦੇ ਗੁਰੂ ਅੰਗਦ ਸਾਹਿਬ ਜੀ ਦੇ ਚਰਨ ਜਿਹੜੇ ਆ ਨਾ ਉਹ ਮੁਕਤੀ ਦੇ ਦਾਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਮੋਕਸ਼ ਦੇ ਦੇਣ ਵਾਲੇ ਹੈ, ਪਰ ਚਰਨ ਕਮਲ ਜਿਹੜਾ ਵਾਹਿਗੁਰੂ ਜਿਹੜਾ ਕਮਲ ਫੁੱਲ ਹੈ ਉਹ ਮੁਕਤੀ ਨਹੀਂ ਦੇ ਸਕਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਵਿਸ਼ੇਸ਼ਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਉਂ ਦ੍ਰਿਸ਼ਟੀ ਵਿੱਚ ਹੀ ਏਡਾ ਜ਼ਿਆਦਾ ਪ੍ਰਤਾਪ ਸੀਗਾ। ਭੱਟਾਂ ਨੇ ਕਿਹਾ ਹੈ ਦ੍ਰਿਸ਼ਟ ਧਰਤ ਤਮ ਹਰਨ। ਸੱਚੇ ਪਾਤਸ਼ਾਹ ਮਹਾਰਾਜ ਜਿੱਧਰ ਆਪ ਜੀ ਦ੍ਰਿਸ਼ਟੀ ਧਰਦੇ ਹੋ ਨਾ ਉਧਰ ਅਗਿਆਨਤਾ ਦਾ ਹਨੇਰਾ ਹੀ ਨਾਸ਼ ਕਰ ਦਿੰਦੇ ਹੋ। ਸਿੱਖਾਂ ਦੇ ਅੰਦਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਿਆਨਤਾ ਦਾ ਹਨੇਰਾ ਹੀ ਨਾਸ਼ ਹੋ ਜਾਂਦਾ ਜਿਹਦੇ ਵੱਲ ਤੁਸੀਂ ਦ੍ਰਿਸ਼ਟੀ ਪਾ ਕਰਕੇ ਤੱਕ ਦਿੰਦੇ ਹੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਤਿਹਾਸ ਜ਼ਿਕਰ ਕਰਦਾ ਹੈ ਕਿ ਆਪਣੇ ਦਰਬਾਰ ਅਸਥਾਨ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਉਂਦੇ ਤੇ ਗਰੀਬ ਨਵਾਜ਼ ਜੀ ਦੇ ਦਰਸ਼ਨ ਕਰਨ ਵਾਸਤੇ ਰਸਤੇ ਵਿੱਚ ਲੋਕ ਖਲੋਤੇ ਹੁੰਦੇ। ਕਈ ਤਾਂ ਆਪਣੇ ਦੁੱਖਾਂ ਦੀ ਨਿਵਰਤੀ ਵਾਸਤੇ ਖਲੋਤੇ ਹੁੰਦੇ, ਕੋਈ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਖਲੋਤੇ ਹੁੰਦੇ, ਕੋਈ ਵਿਘਨਾਂ ਦੇ ਨਾਸ਼ ਕਰਨ ਨੂੰ ਮਹਾਰਾਜ ਦੇ ਅੱਗੇ ਅਰਦਾਸ ਕਰਨ ਨੂੰ ਖਲੋਤੇ ਹੁੰਦੇ। ਸ੍ਰੀ ਗੁਰੂ ਜੀ ਨੂੰ ਆਪਣੇ ਮੁਖ ਤੋਂ ਕਹਿਣ ਦੀ ਲੋੜ ਨਹੀਂ ਸੀ ਪੈਂਦੀ। ਮਹਾਰਾਜ ਜੀ ਦਾ ਦਰਸ਼ਨ ਵੇਖ ਕੇ ਹੀ ਦੁਖੀਆਂ ਦੇ ਦੁੱਖ ਟੁੱਟ ਜਾਂਦੇ ਸੀ। ਜਿਹੜੇ ਕੋਈ ਅਰਦਾਸ ਕਰਨ ਆਉਂਦੇ ਸੀ ਕਿ ਮਹਾਰਾਜ ਵਿਘਨ ਨਾਸ਼ ਹੋਣ, ਉਹਨਾਂ ਦੇ ਕਾਰਜ ਸੁਤੇ ਹੀ ਪੂਰੇ ਹੋ ਜਾਂਦੇ ਸੀ। ਜਿਹੜੇ ਕੋਈ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲੋਂ ਪਦਾਰਥ ਮੰਗਦੇ ਹੈ ਉਹਨਾਂ ਨੂੰ ਸੁਤੇ ਹੀ ਇਹ ਦਾਤਾਂ ਪ੍ਰਾਪਤ ਹੁੰਦੀਆਂ ਸੀ ਮਹਾਰਾਜ ਜੀ ਦੀ ਸੰਗਤ ਕਰਕੇ। ਇਸ ਕਰਕੇ ਕਹਿੰਦੇ ਨੇ ਕਮਲ ਫੁੱਲ ਜਿਹੜਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੀ ਬਰਾਬਰਤਾ ਨਹੀਂ ਕਰ ਸਕਦਾ। ਭਾਵੇਂ ਕਿ ਕੋਮਲਤਾ ਤੋਂ ਕਹਿੰਦੇ ਹੈ ਕਿ ਮਹਾਰਾਜ ਜੀ ਦੇ ਚਰਨ ਤਾਂ ਵੈਸੇ ਹੀ ਕੋਮਲ ਹੈ, ਨਿਰਲੇਪਤਾ ਵੀ ਕਹਿੰਦੇ ਇੱਕ ਜੀ ਹੈ, ਪਰ ਕਮਲ ਫੁੱਲ ਮੁਕਤੀ ਨਹੀਂ ਦੇ ਸਕਦਾ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਮੁਕਤੀ ਦੇ ਦਾਤੇ ਹਨ। ਦੋਹਰਾ ਸ੍ਰੀ ਸਤਿਗੁਰ ਬਰ ਅਮਰ ਜੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਣ ਮੰਗਲ ਕਰਦੇ ਹੈ ਕਿ ਸ੍ਰੀ ਸਤਿਗੁਰ ਬਰ ਅਮਰ ਜੀ। ਹੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਆਪ ਬਰ ਸ੍ਰੇਸ਼ਟ ਹੋ ਸੱਚੇ ਪਾਤਸ਼ਾਹ ਜੀ, ਆਪ ਮਹਾਨ ਹੋ। ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਆਪ ਨੇ ਐਸੀ ਭਾਵਨਾ ਨਾਲ ਜੀ ਲਾ ਕਰਕੇ ਹਜੂਰ ਸੇਵਾ ਕੀਤੀ। ਆਪ ਬੜੇ ਮਹਾਨ ਹੋ ਸੰਸਾਰ ਦੇ ਅੰਦਰ। ਸ਼ਰਨ ਨਰਨ ਦੁਖ ਹਰਨ। ਮਹਾਰਾਜ ਜਿਨ੍ਹਾਂ ਨੇ ਆਪ ਦੇ ਸ਼ਰਨ ਲਈ ਹੈ ਨਾ, ਜਿਨ੍ਹਾਂ ਨਰਨ ਨਰਾਂ ਨੇ, ਜਿਨ੍ਹਾਂ ਜੀਆਂ ਨੇ ਆਪ ਦੀ ਸ਼ਰਨ ਲੈ ਲਈ, ਉਹਨਾਂ ਦੇ ਦੁੱਖਾਂ ਨੂੰ ਆਪ ਨੇ ਹਰ ਲਿਆ, ਨਾਸ਼ ਕਰ ਦਿੱਤਾ। ਹਜੂਰ ਦਾ ਦਿਲ ਇੰਨਾ ਦਿਆਲੂ ਸੀਗਾ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ਼ ਗੁਰੂ ਅੰਗਦ ਸਾਹਿਬ ਨੇ ਆਪ ਨੂੰ ਭਾਵੇਂ ਇਹ ਤਾੜਿਆ ਸੀਗਾ ਜਦੋਂ ਆਪ ਸੇਵਾ ਕਰਦੇ ਸਨ। ਜਦੋਂ ਤਪੇ ਨੇ ਇਹ ਗਲਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਗਰ ਤੋਂ ਕਢਾ ਦਿੱਤਾ ਸੀ,
ਤੇ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਕਿਸੇ ਕਾਰਜ ਗਏ ਹੋਏ ਵਾਪਸ ਪਰਤੇ, ਪਤਾ ਲੱਗਾ ਗੁਰੂ ਅੰਗਦ ਸਾਹਿਬ ਜੀ ਨੂੰ ਤਪੇ ਨੇ ਈਰਖਾ ਕਰਕੇ ਕਢਾਇਆ ਏ। ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਖਡੂਰ ਸਾਹਿਬ ਦੇ ਜੱਟਾਂ ਨੂੰ ਕਿਹਾ ਕਿ ਲਿਆਓ, ਗੁਰੂ ਮਹਾਰਾਜ ਦੀ ਕੀ ਬਾਤ ਕਰਦੇ ਹਾਂ, ਅਸੀਂ ਗੁਰੂ ਜੀ ਦੇ ਸਿੱਖ ਸਮਰੱਥ ਹਾਂ ਮੀਂਹ ਪਾਉਣ ਵਾਸਤੇ, ਤੇ ਸਤਿਗੁਰੂ ਜੀ ਦੇ ਤਾਂ ਹੁਕਮ 'ਚ ਹੀ ਇਹ ਸਾਰੀਆਂ ਚੀਜ਼ਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਲੇ ਤਪੇ ਨੂੰ ਸਜ਼ਾ ਦਵਾਈ, ਨਾਲੇ ਫਿਰ ਬਰਖਾ ਕਰਵਾਈ ਉੱਥੇ। ਤੇ ਜਦੋਂ ਆਏ ਵਾਪਸ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਿੱਠ ਕਰ ਲਈ ਸੀ ਸੱਚੇ ਪਾਤਸ਼ਾਹ ਨੇ, ਫਿਰ ਦੂਸਰੇ ਪਾਸੇ ਹੋ ਕੇ ਮੱਥਾ ਟੇਕਿਆ, ਫਿਰ ਮਹਾਰਾਜ ਪਿੱਠ ਕਰ ਲਈ, ਤੀਸਰੇ ਪਾਸੇ ਹੋ ਕੇ ਮੱਥਾ ਟੇਕਿਆ, ਫਿਰ ਪਿੱਠ ਕਰ ਲਈ। ਫਿਰ ਮਹਾਰਾਜ ਜੀ ਨੇ ਬਹੁਤ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਸਾਥੋਂ ਕੀ ਭੁੱਲ ਹੋ ਗਈ, ਗਰੀਬ ਨਵਾਜ ਸਾਨੂੰ ਮਾਫ ਕਰ ਦਿਓ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਖਿਆ ਕਿ ਭਾਈ ਪੁਰਖਾ ਤੁਸੀਂ ਤਪੇ ਨੂੰ ਸਜ਼ਾ ਕਿਉਂ ਦਿੱਤੀ ਹੈ, ਉਹ ਆਪੇ ਆਪਣੀ ਕਰਨੀ ਦਾ ਫਲ ਭੋਗਦਾ। ਫਿਰ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡਾ ਮਨ ਵੀ ਖਫੇ ਸੀਗਾ ਜਦੋਂ ਇਹ ਖਡੂਰ ਸਾਹਿਬ ਦੇ ਜੱਟਾਂ ਨੇ ਮਹਾਰਾਜ ਆਪ ਦਾ ਨਰਾਦਰ ਕੀਤਾ, ਇਹ ਮਹਾਰਾਜ ਜੋ ਹੋਇਆ ਚੰਗਾ ਹੋਇਆ, ਆਪ ਕਿਰਪਾ ਕਰਕੇ ਸੇਵਕ ਨੂੰ ਮਾਫ ਕਰੋ। ਉਦੋਂ ਬਾਬਾ ਬੁੱਢਾ ਸਾਹਿਬ ਦੇ ਫਿਰ ਬੇਨਤੀ ਕਰਨ ਤੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਨੂੰ ਮਾਫੀ ਜਾਚਨਾ ਦਿੱਤੀ ਤੇ ਨਾਲ ਆਖਿਆ ਕਿ ਭਾਈ ਪੁਰਖਾ ਇਉਂ ਸ਼ਕਤੀ ਨਹੀਂ ਪ੍ਰਗਟ ਕਰੀਦੀ। ਇਉਂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਮਾਫੀ ਮੰਗ ਕੇ ਸ੍ਰੀ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਹਿਰਦਾ ਇੰਨਾ ਦਿਆਲੂ ਸੀ, ਸੱਚੇ ਪਾਤਸ਼ਾਹ ਕਿਸੇ ਦਾ ਦੁੱਖ ਨਹੀਂ ਸੀ ਵੇਖ ਸਕਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਉਹਦਾ ਦੁੱਖ ਦੂਰ ਕਰ ਦਿੰਦੇ। ਹਜ਼ੂਰ ਗੁਰੂ ਅਮਰਦਾਸ ਸਾਹਿਬ ਜੀ ਬਿਰਧ ਮਾਤਾ ਦਾ ਮਰਿਆ ਹੋਇਆ ਪੁੱਤਰ, ਉਹਦੀ ਦਰਦ ਭਰੀ ਚੀਕ ਨਾਲ ਹੀ ਸੱਚੇ ਪਾਤਸ਼ਾਹ ਦਾ ਹਿਰਦਾ ਦਰਬ ਗਿਆ ਤੇ ਹਜ਼ੂਰ ਨੇ ਮਰਿਆ ਹੋਇਆ ਜਿਹੜਾ ਸੀ ਪੁੱਤਰ ਉਹ ਜਿਉਂਦਾ ਕਰ ਦਿੱਤਾ ਸੀ। ਇਉਂ ਕਵੀਰਾਜ ਜੀ ਜ਼ਿਕਰ ਕਰਦੇ ਹਨ। ਸ਼ਰਨ ਨਰਨ ਦੁਖ ਹਰਨ। ਮਹਾਰਾਜ ਜਿਹੜੇ ਨਰ ਮਨੁੱਖ ਆਪ ਜੀ ਦੀ ਸ਼ਰਨ ਆ ਕਰਕੇ ਪੈ ਗਏ, ਉਹਨਾਂ ਦੇ ਦੁੱਖਾਂ ਨੂੰ ਆਪ ਜੀ ਨੇ ਹਰਨ ਨਾਸ਼ ਕਰ ਦਿੱਤਾ। ਪ੍ਰੇਮਾ ਕੋੜੀ ਕੋੜ ਨਾਲ ਦੁਖੀ ਹੋਇਆ ਵਿਚਾਰਾ, ਜਿਹਨੂੰ ਕੋਈ ਨੇੜੇ ਨਹੀਂ ਸੀ ਆਉਣ ਦਿੰਦਾ, ਕੋਈ ਪਸ਼ੂ ਪਕਸ਼ੀ ਉਹਦਾ ਨੇੜਾ ਨਹੀਂ ਸੀ ਕਰਦਾ, ਮਹਾਰਾਜ ਉਹਦਾ ਵੀ ਦੁੱਖ ਆਪ ਨੇ ਇਉਂ ਹਰਨ ਕਰ ਦਿੱਤਾ ਜਿਵੇਂ ਕੋੜ ਹੋਇਆ ਹੀ ਨਾ ਹੋਵੇ। ਜਿੱਧਰ ਜਿੱਧਰ ਦੀ ਆਪ ਦੇ ਸਰੀਰ ਨਾਲ ਸਪਰਸਿਆ ਹੋਇਆ ਜਲ ਪ੍ਰੇਮੇ ਕੋੜੀ ਤੇ ਜਦੋਂ ਪਵਾਇਆ ਆਪ ਜੀ ਨੇ, ਤੇ ਉਧਰੋਂ ਦੀ ਜਦੋਂ ਜਲ ਲੰਘਿਆ ਉਹਦੀ ਕੰਚਨ ਵਰਗੀ ਕਾਇਆ ਕਰ ਦਿੱਤੀ ਸੱਚੇ ਪਾਤਸ਼ਾਹ। ਇਉਂ ਦੁੱਖਾਂ ਨੂੰ ਆਪ ਨਾਸ਼ ਕਰ ਦੇਣ ਵਾਲੇ ਉਹ ਜਿਨ੍ਹਾਂ ਜੀਆਂ ਨੇ ਆਪ ਦੀ ਸ਼ਰਨ ਲਈ ਆ। ਕਾਰਨ ਕਰਨ ਸੋ ਜਾਨ ਮਨ। ਸੱਚੇ ਪਾਤਸ਼ਾਹ ਮਹਾਰਾਜ ਆਪ ਕਾਰਜਾਂ ਦੇ ਕਰਨ ਵਾਲੇ ਹੋ, ਆਪ ਜੀ ਕਾਰਜ ਵੀ ਕਰਨ ਵਾਲੇ ਹੋ ਤੇ ਕਾਰਨਾਂ ਨੂੰ ਵੀ ਮਹਾਰਾਜ ਆਪ ਜੀ ਕਰਨ ਵਾਲੇ ਹੋ। ਕਿਉਂਕਿ ਕਾਰਜ ਦਾ ਕਾਰਨ ਹੁੰਦਾ ਹੈ ਨਾ, ਜਿਵੇਂ ਸੰਸਾਰ ਕਾਰਜ ਵੈ ਤੇ ਸੰਸਾਰ ਦਾ ਕਾਰਨ ਕੀ ਹੈ, ਮਾਇਆ ਦੇ 3 ਗੁਣ ਹਨ। ਸੱਚੇ ਪਾਤਸ਼ਾਹ ਮਹਾਰਾਜ ਆਪ ਦੇ ਕਾਰਨ ਵੀ ਵਸ ਹਨ। ਇਸ ਦਾ ਅਰਥ ਹੈ ਕਿ ਆਪ ਸਰਬ ਕਲਾ ਸਮਰੱਥ ਹੋ, ਆਪ ਨਿਰੰਕਾਰ ਸਰੂਪ ਹੋ। ਸੱਚੇ ਪਾਤਸ਼ਾਹ ਜੀ ਕਾਰਨ ਵੀ ਆਪ ਹੀ ਕਰਨ ਵਾਲੇ ਹੋ ਤੇ ਕਾਰਜ ਰੂਪ ਸੰਸਾਰ ਨੂੰ ਵੀ ਆਪ ਹੀ ਕਰਨ ਵਾਲੇ ਹੋ। ਸੋ ਜਾਨ ਮਨ। ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਮਨ ਦੇ ਵਿੱਚ ਅੰਤਰਜਾਮਤਾ ਹੈ, ਸਭ ਕੁਝ ਜਾਣਦੇ ਹੋ। ਹਸਤਾਮਲਵਤ ਆਪ ਜੀ ਨੂੰ ਸਭ ਕੁਝ ਪਤਾ ਹੈ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਚੰਗੀ ਤਰ੍ਹਾਂ ਸੋ ਜਾਨ ਮਨ, ਸੋ ਵਿਸ਼ੇਸ਼ ਕਰਕੇ ਜਾਣਦੇ ਹੋ ਜੀਆਂ ਦੇ ਮਨ ਦੀ ਵਿਵਸਥਾ ਨੂੰ। ਜੋ ਕਿਸੇ ਦੇ ਮਨ ਦੀ ਹਾਲਤ ਹੈ ਨਾ, ਆਪ ਜੀ ਦੇ ਦਰਬਾਰ ਦੇ ਅੰਦਰ ਜਿਹੜਾ ਕੋਈ ਆ ਜਾਂਦਾ ਹੈ ਉਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ। ਆਪ ਤਾਂ ਸੱਚੇ ਪਾਤਸ਼ਾਹ ਅੰਤਰਜਾਮੀ ਹੋ, ਮਨ ਦੀ ਹਾਲਤ ਨੂੰ ਜਾਣਦੇ ਹੋ, ਅੰਦਰੋਂ ਬੁੱਝ ਲੈਂਦੇ ਹੋ ਕਿ ਕੀ ਫੁਰਨਾ ਹੈ, ਕੀ ਖਿਆਲ ਹੈ। ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ। ਜਿਸ ਨੇ ਭਾਵਨਾ ਨਾਲ ਹੀ ਆਪ ਜੀ ਦੇ ਦਰਸ਼ਨ ਕੀਤੇ ਹੈ, ਮਨ ਹੀ ਮਨ ਬੇਨਤੀ ਕੀਤੀ, ਸਤਿਗੁਰੂ ਜੀ ਆਪ ਅੰਤਰਜਾਮੀ ਹੋ, ਦਿਲ ਦੀ ਬੁੱਝ ਲੈਣ ਵਾਲੇ ਹੋ। ਨਮਸਕਾਰ ਤਿਨ ਚਰਨ। ਤਿੰਨਾਂ ਸਤਿਗੁਰਾਂ ਜੀ ਦੇ ਚਰਨਾਂ ਤੇ ਨਮਸਕਾਰ ਹੈ। ਤੋ ਇਸ ਕਰਕੇ ਭੱਟਾਂ ਨੇ ਵੀ ਕਿਹਾ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜਸ ਕਰਦਿਆਂ ਹੋਇਆਂ ਤੇ ਚਰਨ ਤਾਂ ਪਰ ਸਖਿਆਥ ਚਰਨ ਗੁਰ ਅਮਰ ਪੈ। ਜਿਹੜਾ ਚਰਨ ਪੈਰ ਜਿਹੜੇ ਆ ਉਹ ਤਾਂ ਸਕਿਆਥ ਹੁੰਦੇ ਆ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਆ ਸਿੱਖੀ ਦੇ ਮਾਰਗ ਤੇ ਚੱਲਦੇ ਆ, ਸਤਿਗੁਰਾਂ ਜੀ ਦੇ ਘਰ ਨੂੰ, ਮਹਾਰਾਜ ਦੀ ਸਤ ਸੰਗਤ ਵੱਲ ਨੂੰ ਚੱਲਦੇ ਆ। ਹੱਥ ਤਾਂ ਪਰ ਸਕਿਆਥ ਹੱਥ ਲੱਗਾ ਗੁਰ ਅਮਰ ਪੈ। ਉਹ ਹੱਥ ਸਫਲੇ ਆ ਜਿਹੜੇ ਹੱਥ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਛੂੰਹਦੇ ਆ। ਇਸ ਕਰਕੇ ਉਹ ਚਰਨ ਜਿਹੜੇ ਹਨ ਸਫਲੇ ਹਨ। ਚਰਨ ਤਾਂ ਪਰ ਸਖਿਆਤ ਚਰਨ ਗੁਰ ਅਮਰ ਪਵਲ ਰਹਿ।
ਜਿਹੜੇ ਸਤਿਗੁਰਾਂ ਜੀ ਦੇ ਪਿਆਰ ਦੇ ਰਸਤੇ ਤੇ ਚੱਲਦੇ ਆ ਉਹ ਚਰਨ ਸਫਲੇ ਹਨ, ਅੱਖਾਂ ਸਫਲੀਆਂ ਹਨ ਜਿਹੜੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ। ਕਵੀਰਾਜ ਫਰਮਾਉਂਦੇ ਹਨ, ਕਾਰਨ ਕਰਨ ਸੋ ਜਾਨ ਮਨ, ਨਮਸਕਾਰ ਤਿਨ ਚਰਨ। ਐਸੇ ਸਤਿਗੁਰੂ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਾਰਨ ਵੀ ਜਿਨ੍ਹਾਂ ਦੇ ਵਸ ਵਿੱਚ ਹਨ, ਕਾਰਜ ਵੀ ਸਾਰੇ ਕਰਨ ਦੇ ਸਮਰੱਥ ਹਨ। ਐਸੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ ਜੋ ਅੰਤਰਜਾਮੀ ਹਨ, ਮਨ ਦੀ ਬੁੱਝ ਲੈਣ ਵਾਲੇ ਹਨ। ਕਬਿਤ ਰਜਨੀ ਅਵਿਦਿਆ ਸਰ। ਤੋ ਹੁਣ ਸ੍ਰੀ ਗੁਰੂ ਜੀ ਦਾ ਜਿਹੜਾ ਦਰਸ਼ਨ ਹੈ ਉਹ ਸੂਰਜਵਤ ਕਵੀਰਾਜ ਜੀ ਇੱਥੇ ਹੁਣ ਜਿਹੜਾ ਹੈ ਨਾ ਉਹ ਅਲੰਕਾਰ ਬੰਨ੍ਹਦੇ ਹੈ ਕਿ ਸਤਿਗੁਰੂ ਜੀ ਦਾ ਦਰਸ਼ਨ ਜਿਹੜਾ ਉਹ ਸੂਰਜ ਦੀ ਤਰ੍ਹਾਂ ਹੈ, ਪਰ ਫਿਰ ਵੀ ਸੂਰਜ ਦੀ ਇੱਕ ਨਿਊਣਤਾ ਹੀ ਦੱਸ ਕੇ ਸ੍ਰੀ ਗੁਰੂ ਜੀ ਦੇ ਸਰੂਪ ਨੂੰ ਸੂਰਜ ਤੋਂ ਵੀ ਵਧੇਕ ਦੱਸਣਗੇ। ਤੇ ਇਉਂ ਕਵੀਰਾਜ ਫਰਮਾਉਂਦੇ ਹਨ, ਰਜਨੀ ਅਵਿਦਿਆ ਸਰ। ਜਿਹੜਾ ਸੂਰਜ ਹੈ ਉਹਦੇ ਚੜ੍ਹਨ ਨਾਲ ਰਾਤ ਦੂਰ ਹੋ ਜਾਂਦੀ ਹੈ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸੂਰਜਵਤ ਹਨ ਸੱਚੇ ਪਾਤਸ਼ਾਹ ਜੀ। ਤੇ ਇੱਥੇ ਜਿਹੜੀ ਰਾਤ ਕਿਹੜੀ ਹੈ? ਅਵਿਦਿਆ ਰੂਪੀ ਰਾਤ ਹੈ ਜੀਆਂ ਦੇ ਅੰਦਰ। ਕੁਝ ਨਹੀਂ ਸੁੱਝਦਾ ਹੈ ਕਿ ਮੈਂ ਸੰਸਾਰ ਦੇ ਅੰਦਰ ਕੀ ਕਰਨ ਆਇਆ ਤੇ ਇੱਥੇ ਜਿਉ ਕਰਕੇ ਕੀ ਕਰਨਾ ਚਾਹੀਦਾ ਮੈਨੂੰ, ਤੇ ਮਰ ਕੇ ਚਲੇ ਵੀ ਜਾਣਾ ਹੈ। ਅਵਿਦਿਆ ਕਰਕੇ ਪਤਾ ਹੀ ਨਹੀਂ ਲੱਗਦਾ ਹੈ। ਅਵਿਦਿਆ ਰੂਪੀ ਰਾਤ ਹੈ ਜੀਆਂ ਦੇ ਅੰਦਰ ਪਈ ਹੋਈ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਰੂਪ ਜੋ ਹੈ, ਮਹਾਰਾਜ ਦੇ ਚਰਨਾਂ ਦਾ ਜੋ ਪਿਆਰ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜਿਹੜਾ ਪਿਆਰ ਕਰਨਾ ਹੈ, ਇਹ ਸਤਿਗੁਰੂ ਜੀ ਦੇ ਜਿਹੜਾ ਇਸ ਪ੍ਰਕਾਰ ਪਿਆਰ ਅੰਦਰ ਸੂਰਜਵਤ ਪ੍ਰਕਾਸ਼ਦਾ ਹੈ। ਤੇ ਸੂਰਜ ਦੇ ਚੜ੍ਹਨ ਨਾਲ ਕੀ ਹੁੰਦਾ? ਰਾਤ ਦੂਰ ਹੋ ਜਾਂਦੀ ਹੈ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪਿਆਰ ਜਿਨ੍ਹਾਂ ਨੂੰ ਲੱਗਦਾ ਹੈ, ਉਹਨਾਂ ਦੇ ਅੰਦਰੋਂ ਅਵਿਦਿਆ ਰੂਪੀ ਰਾਤ ਜਿਹੜੀ ਆ ਉਹ ਨਾਸ਼ ਹੋ ਜਾਂਦੀ ਹੈ। ਬ੍ਰਹਮ ਸੋ ਤਿਮਰ ਹਰ। ਤਾਂ ਇਸ ਪ੍ਰਕਾਰ ਬ੍ਰਹਮ ਸੋ ਤਿਮਰ ਹਰ, ਜਿਹੜਾ ਤਿਮਰ ਹਨੇਰਾ ਹੈ ਉਹ ਨਾਸ਼ ਹੁੰਦਾ ਹੈ ਨਾ। ਰਾਤ ਬਤੀਤ ਹੋ ਜਾਂਦੀ ਹੈ ਜਦੋਂ, ਤੇ ਸੂਰਜ ਚੜ੍ਹਦਾ ਚਾਨਣ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਅਵਿਦਿਆ ਰੂਪੀ ਰਾਤ ਦੇ ਨਾਸ਼ ਹੋ ਕਰਕੇ ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਹੋ ਜਾਂਦਾ ਹੈ। ਤੇ ਜਿਹੜਾ ਹਨੇਰਾ ਹੁੰਦਾ ਨਾ ਰਾਤ ਨੂੰ, ਹਨੇਰਾ ਕਿਹੜਾ? ਭਰਮ ਰੂਪੀ ਹਨੇਰਾ। ਇਹ ਜੀਆਂ ਦੇ ਅੰਦਰ ਭਰਮ ਪਿਆ ਰਹਿੰਦਾ ਹੈ ਕਿ ਹਾਏ ਕੀ ਕਰਾਂਗੇ, ਕੀ ਬਣੇਗਾ, ਕੀ ਹੋਊਗਾ। ਪਰਮੇਸ਼ਰ ਦੇ ਸਰੂਪ ਤੇ ਵੀ ਭਰਮ ਪਿਆ ਰਹਿੰਦਾ ਹੈ, ਆਪਣੇ ਆਪ ਨੂੰ ਕਰਤਾ ਮੰਨਦਾ ਰਹਿੰਦਾ ਹੈ। ਇਹ ਭਰਮ ਨਹੀਂ ਨਾਸ਼ ਹੁੰਦਾ। ਇਉਂ ਜਿਨ੍ਹਾਂ ਦੇ ਅੰਦਰ ਫਿਰ ਗੁਰੂ ਜੀ ਦੇ ਪਿਆਰ ਦਾ ਸੂਰਜ ਚੜ੍ਹ ਜਾਂਦਾ ਹੈ, ਭਰਮ ਰੂਪੀ ਹਨੇਰੇ ਨੂੰ ਵੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਰੂਪੀ ਸੂਰਜ ਜਿਹੜੇ ਆ ਦੂਰ ਕਰ ਦਿੰਦੇ ਆ। ਕੋਕ ਸੇ ਕਿੰਕਰ ਬਰ। ਤੇ ਇਸ ਪ੍ਰਕਾਰ ਜਿਹੜੇ ਕੋਕ ਚਕਵਾ ਹੈ ਤੇ ਚਕਵੀ, ਜਿਵੇਂ ਸੂਰਜ ਦੇ ਚੜ੍ਹਨ ਕਰਕੇ ਚਕਵਾ ਤੇ ਚਕਵੀ ਆ ਰਾਤ ਦੇ ਵਿਛੜਿਆਂ ਹੋਇਆਂ ਦਾ ਮਿਲਾਪ ਹੋ ਜਾਂਦਾ ਹੈ ਨਾ। ਇੱਥੇ ਚਕਵਾ ਕਿਹਨੂੰ ਕਿਹਾ ਹੈ? ਕਿੰਕਰ ਬਰ। ਜਿਹੜੇ ਬਰ ਸ਼੍ਰੇਸ਼ਟ ਸਤਿਗੁਰੂ ਜੀ ਦੇ ਕਿੰਕਰ ਦਾਸ ਬਣ ਜਾਂਦੇ ਆ ਨਾ, ਸੇਵਕ ਬਣ ਜਾਂਦੇ ਆ, ਉਹ ਚਕਵਿਆਂ ਦੀ ਨਿਆਈ ਹਨ। ਕੀਨੇ ਬਿਰਹੋ ਛੀਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਦਾ ਬਿਰਹਾ ਛੀਨ ਕਰ ਦਿੱਤਾ, ਨਾਸ਼ ਕਰ ਦਿੱਤਾ। ਇਹ ਦ੍ਰਿਸ਼ਟਾਂਤ ਲੈਣਾ, ਚਕਵਾ ਤੇ ਚਕਵੀ ਜਿਹੜੇ ਉਹ ਬਿਰਹੋ ਕਰਕੇ ਦੁਖੀ ਹੁੰਦੇ ਆ ਬਹੁਤ ਜ਼ਿਆਦਾ। ਜੋ ਇਸ ਪ੍ਰਕਾਰ ਕਬੀਰ ਸਾਹਿਬ ਜੀ ਨੇ ਵੀ ਪ੍ਰਮਾਣ ਦਿੱਤਾ ਹੈ ਨਾ, ਚੱਕਈ ਜੋ ਨਿਸ ਵਿਛੁਰੈ ਆਏ ਮਿਲੇ ਪ੍ਰਭਾਤ, ਜੋ ਨਰ ਬਿਛਰੈ ਰਾਮ ਸਿਉ ਨਾ ਦਿਨ ਮਿਲੈ ਨਾ ਰਾਤ। ਉਹ ਤਾਂ ਨਾ ਦਿਨ ਨੂੰ ਮਿਲਦੇ ਨਾ ਰਾਤ ਨੂੰ, ਵਾਹਿਗੁਰੂ ਨਾਲੋਂ ਵਿਛੜੇ ਹੋਏ। ਇਹ ਪ੍ਰਮਾਣ ਇੱਥੇ ਕਵੀਰਾਜ ਜੀ ਧਰ ਰਹੇ ਹੈ ਕਿ ਉਹਨਾਂ ਨੂੰ ਜਿਵੇਂ ਵਿਛੋੜਾ ਤੰਗ ਕਰਦਾ ਹੈ ਨਾ, ਬਿਰਹੋ ਤੰਗ ਕਰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਰੂਪੀ ਸੂਰਜ ਜਿਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਚੜ੍ਹਦੇ ਹੈ, ਉਦੋਂ ਕੀ ਹੁੰਦਾ ਹੈ? ਬਿਰਹੋ ਲੱਗਾ ਹੋਇਆ ਪਰਮੇਸ਼ਰ ਨੂੰ ਮਿਲਣ ਦਾ। ਸਭ ਦਾ ਜਿਨ੍ਹਾਂ ਦਾ ਮਨ ਜਗਿਆਸੂ ਬਣ ਜਾਂਦਾ ਹੈ ਨਾ, ਉਹ ਚਕਵੀ ਦੀ ਨਿਆਈ ਹਨ। ਤੇ ਪਰਮੇਸ਼ਰ ਰੂਪੀ ਆਪਣੇ ਪਤੀ ਰੂਪੀ ਚਕਵੇ ਨੂੰ, ਭਾਵ ਪਰਮੇਸ਼ਰ ਨੂੰ ਮਿਲਣ ਵਾਸਤੇ ਜਿਨ੍ਹਾਂ ਦਾ ਮਨ ਤੜਫਦਾ ਹੈ, ਵਾਹਿਗੁਰੂ ਨੂੰ ਯਾਦ ਕਰਦੇ ਹੈ। ਤੇ ਇਵੇਂ ਸੂਰਜ ਚੜ੍ਹਨ ਦੇ ਨਾਲ ਫਿਰ ਜਿਵੇਂ ਚਕਵੀ ਨੂੰ ਆਪਣੇ ਚਕਵੇ ਦਾ ਮਿਲਾਪ ਹੋ ਜਾਂਦਾ ਹੈ ਨਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਰੂਪੀ ਜਦੋਂ ਸੂਰਜ ਚੜ੍ਹਦਾ ਹੈ, ਗੁਰੂ ਜੀ ਦਾ ਉਪਦੇਸ਼ ਸਿੱਖਾਂ ਦੇ ਹਿਰਦੇ ਦੇ ਅੰਦਰ ਪ੍ਰਾਪਤ ਹੁੰਦਾ ਹੈ ਤੇ ਵਿਛੜਿਆਂ ਹੋਇਆਂ ਨੂੰ ਫਿਰ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ। ਉਹਨਾਂ ਦਾ ਬਿਰਹੋ ਸਤਿਗੁਰੂ ਜੀ ਛੀਨ ਕਰ ਦਿੰਦੇ ਆ, ਨਾਸ਼ ਕਰਨ ਵਾਲੇ ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ।
ਤੇ ਬਿਰਹੋ ਨੂੰ ਨਾਸ਼ ਕਰਕੇ ਵਾਹਿਗੁਰੂ ਵਿੱਚ ਮਿਲਾ ਦੇਣ ਵਾਲੇ ਹਨ। ਮਾਲ ਉੱਡ ਕਲ ਮਲ। ਤੇ ਫਿਰ ਜਿਹੜੇ ਸੂਰਜ ਦੇ ਚੜ੍ਹਨ ਨਾਲ ਤਾਰੇ ਵੀ ਛਿਪ ਜਾਂਦੇ ਐ, ਇਸ ਪ੍ਰਕਾਰ ਜਿਹੜੇ ਮਾਲ ਮਾਲਾ ਪੰਗਤੀ ਜਿਹੜੀ ਉੱਡਗਨ ਤਾਰਿਆਂ ਦੀ, ਇਹ ਕਿਹੜੇ ਹਨ? ਇਸ ਪ੍ਰਕਾਰ ਦੱਸਦੇ ਹਨ। ਕੰਦਲ ਦੁਰਾਏ ਦਲ। ਫਿਰ ਪੜੋ। ਮਾਲ ਉੱਡ ਕਲ ਮਲ। ਕਲਮਲ ਪਾਪ, ਪਾਪਾਂ ਦੀ ਨਿਆਈ ਜਿਹੜੇ ਹਨ ਨਾ ਹਿਰਦੇ ਰੂਪੀ ਆਕਾਸ਼ ਵਿੱਚ, ਇਹ ਪਾਪ ਜਿਹੜੇ ਤਾਰਿਆਂ ਦੀ ਨਿਆਈ ਟਿਮਟਮਾਉਂਦੇ ਰਹਿੰਦੇ ਐ, ਕਿਉਂਕਿ ਪਾਪ ਜਿਹੜੇ ਐ ਜੀਵ ਨੂੰ ਉਹ ਤੰਗ ਕਰਦੇ ਐ। ਪਾਪਾਂ ਕਰਕੇ ਹੀ ਜੀਵ ਜਿਹੜੇ ਬੁਰੇ ਕਰਮਾਂ ਵੱਲ ਪ੍ਰਵਿਰਤ ਰਹਿੰਦੇ ਐ। ਆਪ ਚਾਹ ਕਰਕੇ ਵੀ ਜੇ ਕੋਈ ਕਹੇ ਨਾ ਕਿ ਮੈਂ ਆਪਣੀ ਬਿਰਤੀ ਨੂੰ ਚੰਗਾ ਕਰ ਲਾਂ, ਤਾਂ ਬਿਰਤੀ ਚੰਗੀ ਨਹੀਂ ਹੁੰਦੀ, ਕਿਉਂਕਿ ਪਾਪਾਂ ਕਰਕੇ ਮਲੀਨ ਰਹਿੰਦੀ ਹੈ। ਵਿਚਾਰਾਂ ਹੀ ਬੁਰੀਆਂ ਅੰਦਰ ਫੁਰਦੀਆਂ ਰਹਿੰਦੀਆਂ ਹਨ। ਇਹ ਉਹ ਪਾਪਾਂ ਕਰਕੇ ਹੈ, ਪਿਛਲੇ ਜਿਹੜੇ ਪਾਪ ਕੀਤੇ ਹੈ। ਇਹ ਹਿਰਦੇ ਰੂਪੀ ਆਕਾਸ਼ ਵਿੱਚ ਜਿਹੜੇ ਹੈ ਤਾਰਿਆਂ ਦੀ ਨਿਆਈ ਜੀਆਂ ਦੇ ਅੰਦਰ ਟਿਮਟਮਾਉਂਦੇ ਰਹਿੰਦੇ ਆ। ਆਪੋ ਆਪਣਾ ਪ੍ਰਭਾਵ ਜਿਹੜਾ ਨਾ ਉਹ ਪਾਪ ਦਿਖਾਉਂਦੇ ਰਹਿੰਦੇ ਆ। ਜਦੋਂ ਕੋਈ ਕੀਤਾ ਹੋਇਆ ਪਾਪ ਕਰਮ ਅੱਗੇ ਆਉਂਦਾ ਹੈ ਤੇ ਜੀਵਾਂ ਦੇ ਕੋਲੋਂ ਬਹੁਤ ਜ਼ਿਆਦਾ ਦੁਸਤਰ ਭੈੜੇ ਕਰਮ ਹੋ ਜਾਂਦੇ ਆ। ਉਹਨਾਂ ਦੀਆਂ ਸਜ਼ਾਵਾਂ ਫਿਰ ਜੀਆਂ ਨੂੰ ਭੋਗਣੀਆਂ ਪੈਂਦੀਆਂ। ਪਰ ਜਦੋਂ ਹਿਰਦੇ ਰੂਪੀ ਆਕਾਸ਼ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦਾ ਉਪਦੇਸ਼ ਰੂਪੀ ਚਾਨਣ ਹੋ ਜਾਵੇ, ਪ੍ਰਕਾਸ਼ ਹੋ ਜਾਵੇ, ਉੱਥੇ ਫਿਰ ਪਾਪਾਂ ਰੂਪੀ ਉੱਡਗਨ ਤਾਰੇ ਜਿਹੜੇ ਆ ਉਹ ਵੀ ਨਾਸ਼ ਹੋ ਜਾਂਦੇ ਹਨ। ਕੰਦਲ ਦੁਰਾਏ ਦਲ। ਇਸ ਪ੍ਰਕਾਰ ਕੰਦਲੀ ਦਾ ਇੱਕ ਰੁੱਖ ਮੰਨਿਆ ਹੈ, ਉਹ ਸੂਰਜ ਦੇ ਚੜ੍ਹਨ ਨਾਲ ਕੁਮਲਾ ਜਾਂਦਾ ਹੈ, ਉਹਦੇ ਪੱਤੇ ਮੁਰਝਾ ਜਾਂਦੇ ਹੈ। ਇਸ ਪ੍ਰਕਾਰ ਕਹਿੰਦੇ ਜਿਹੜੇ ਦੁੱਖ ਹਨ ਨਾ ਪਾਪ, ਉਹ ਕੰਦਲੀ ਦੇ ਬ੍ਰਿਕਸ਼ ਦੀ ਤਰ੍ਹਾਂ ਹੇ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦੇ ਉਪਦੇਸ਼ ਰੂਪੀ ਸੂਰਜ ਨੂੰ ਪਾ ਕਰਕੇ ਕੁਮਲਾ ਜਾਂਦੇ, ਮੁਰਝਾ ਜਾਂਦੇ, ਨਾਸ਼ ਹੋ ਜਾਂਦੇ ਹਨ। ਪਲ ਪਲ ਗਿਆਨ ਸੋ। ਤੇ ਪਲ ਪਲ ਗਿਆਨ ਸੋ, ਜਿਵੇਂ ਸੂਰਜ ਚੜ੍ਹਦਾ ਨਾ ਤੇ ਪਲ ਪਲ ਕਰਕੇ ਫਿਰ ਰੌਸ਼ਨੀ ਹੋਈ ਜਾਂਦੀ ਹੈ, ਚਾਨਣ ਵੱਧਦਾ ਜਾਂਦਾ, ਪ੍ਰਕਾਸ਼ ਹੋਈ ਜਾਂਦਾ। ਇਵੇਂ ਫਿਰ ਅਵਿਦਿਆ ਰੂਪੀ ਰਾਤ ਬਤੀਤ ਹੁੰਦੀ ਹੈ ਤੇ ਗਿਆਨ ਰੂਪੀ ਪ੍ਰਕਾਸ਼ ਹੋਈ ਜਾਂਦਾ। ਪਲ ਪਲ ਕਰਕੇ ਥੋੜ੍ਹੀ ਥੋੜ੍ਹੀ ਸਮੇਂ ਦੀ ਸੰਗਿਆ ਕਰਕੇ ਗਿਆਨ ਜਿਹੜਾ ਉਹ ਜਾਗਦਾ ਅੰਦਰ। ਫਿਰ ਮਿਹਨਤ ਦੇ ਨਾਲ, ਸਤਿਗੁਰਾਂ ਜੀ ਦੀ ਚਰਨਾਂ ਦੀ ਪ੍ਰੀਤ ਦੇ ਨਾਲ ਜਦੋਂ ਗੁਰੂ ਅਮਰਦਾਸ ਸਾਹਿਬ ਰੂਪੀ ਸੂਰਜ ਅੰਦਰ ਉਦੈ ਹੁੰਦਾ ਹੈ, ਫਿਰ ਗਿਆਨ ਦਾ ਪ੍ਰਕਾਸ਼ ਸਿੱਖਾਂ ਦੇ ਹੋ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੂਰਜ ਵਾਤਿਓਂ ਪ੍ਰਕਾਸ਼ ਕੀਤਾ। ਕਿੰਨੇ ਬ੍ਰਹਮ ਗਿਆਨੀ ਸਿੱਖ ਮਹਾਰਾਜ ਪੈਦਾ ਕੀਤੇ, ਕਿੰਨਾ ਮਾਈਆਂ ਨੂੰ 72 ਪੀੜੇ ਮਹਾਰਾਜ ਜੀ ਨੇ ਸੌਂਪੇ, ਸੱਚੇ ਪਾਤਸ਼ਾਹ ਨੇ ਪ੍ਰਚਾਰਕ ਥਾਪੇ। ਇਹ ਤਾਂ ਮੁਖੀ ਸੀ ਨਾ ਜਿਨ੍ਹਾਂ ਨੂੰ ਪ੍ਰਚਾਰਕ ਥਾਪਿਆ, ਤਾਂ ਗਿਣਤੀ ਕੋਈ ਨਹੀਂ ਜਿਨ੍ਹਾਂ ਨੂੰ ਸ੍ਰੀ ਗੁਰੂ ਜੀ ਨੇ ਗਿਆਨ ਦੇ ਕਰਕੇ ਨਿਹਾਲ ਕੀਤਾ। ਪ੍ਰਕਾਸ਼ ਭਾਵ ਕੀਨ ਹੈ। ਇਉਂ ਭਾਵ ਸੰਸਾਰ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਕਾਸ਼ ਕਰਨਾ ਕੀਤਾ ਏ। ਬੇਮੁਖ ਕਮੁੱਦ ਦੁਖ। ਫਿਰ ਇਸ ਪ੍ਰਕਾਰ ਜਦੋਂ ਸੂਰਜ ਚੜ੍ਹਦਾ ਹੈ ਨਾ ਤੇ ਸੂਰਜ ਦੇ ਚੜ੍ਹਨ ਨਾਲ ਜਿਹੜੀਆਂ ਕਮੁਦਨੀਆਂ ਹਨ ਨਾ ਉਹ ਮੁਰਝਾ ਜਾਂਦੀਆਂ, ਕਿਉਂਕਿ ਉਹ ਰਾਤ ਜਦੋਂ ਚੰਦਰਮਾ ਚੜ੍ਹਦਾ ਉਦੋਂ ਖਿੜਦੀਆਂ ਹਨ। ਤੇ ਇੱਥੇ ਹੁਣ ਸੂਰਜ ਦੇ ਚੜ੍ਹਨ ਨਾਲ ਜਿਵੇਂ ਕਮੁਦਨੀਆਂ ਮੁਰਝਾ ਜਾਂਦੀਆਂ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਸੂਰਜਵਤ ਪ੍ਰਕਾਸ਼ ਰਹੇ ਹੈ। ਤੇ ਕਮੁਦਨੀਆਂ ਦੀ ਨਿਆਈ ਕਿਹੜੇ ਹਨ? ਬੇਮੁਖ ਲੋਕ, ਜਿਨ੍ਹਾਂ ਨੂੰ ਗੁਰੂ ਰੂਪੀ ਸੂਰਜ ਦਾ ਜਸ ਜਿਹੜਾ ਹੈ, ਪ੍ਰਤਾਪ ਜਿਹੜਾ, ਚਾਨਣ ਜਿਹੜਾ ਚੰਗਾ ਨਹੀਂ ਲੱਗਦਾ। ਜਿਵੇਂ ਗੋਂਦੇ ਖੱਤਰੀ ਦਾ ਭਤੀਜਾ ਸੀਗਾ, ਉਹ ਸ੍ਰੀ ਗੁਰੂ ਜੀ ਨੂੰ ਜਿਹੜਾ ਸੀ ਪ੍ਰਤਾਪ ਵੇਖ ਕੇ, ਚੜ੍ਹਦੀ ਮਾਇਆ ਵੇਖ ਕੇ ਕਹਿੰਦਾ ਮੈਨੂੰ ਇਹਦਾ ਅੱਧ ਦਿਆ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤਾਂ ਸੰਗਤ ਦੀ ਮਾਇਆ ਅਸੀਂ ਦੇ ਨਹੀਂ ਸਕਦੇ, ਉਵੇਂ ਜਿੰਨੀ ਤੈਨੂੰ ਚਾਹੀਦੀ ਹੈ ਮਾਇਆ ਲੈ ਲੈ, ਪਰ ਉਹ ਤਾਂ ਕਹੇ ਕਿ ਮੈਨੂੰ ਰੋਜ਼ ਅੱਧ ਦਿਆ ਕਰੋ। ਸਤਿਗੁਰੂ ਜੀ ਕਹਿੰਦੇ ਉਹ ਨਹੀਂ ਹੋ ਸਕਦਾ। ਉਹਨ ਫਿਰ ਜਾ ਕੇ ਮਹਾਰਾਜ ਦੇ ਉੱਪਰ ਪ੍ਰਕਾਰ ਕਰ ਦਿੱਤੀ। ਅਕਬਰ ਦੇ ਦਰਬਾਰ ਵਿੱਚ ਜਾ ਕੇ ਪੁਕਾਰੂ ਹੋਇਆ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਪੁਕਾਰ ਕੀਤੀ, ਬਾਦਸ਼ਾਹ ਅਕਬਰ ਨੇ ਪੁੱਛਿਆ ਆਪਦੇ ਵਜ਼ੀਰਾਂ ਨੂੰ ਕਿ ਕਿਹਨਾਂ ਉੱਤੇ ਫਰਿਆਦ ਕਰਦਾ ਏ। ਦੱਸਿਆ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਉੱਪਰ ਫਰਿਆਦੀ ਹੋਇਆ ਹੈ, ਇਹ ਉਹਨਾਂ ਦੇ ਉੱਤੇ ਪੁਕਾਰ ਕਰ ਰਿਹਾ ਏ। ਅਕਬਰ ਨੇ ਹੁਕਮ ਦਿੱਤਾ ਕਿ ਇਹਦੇ ਸਿਰ ਵਿੱਚ ਜੁੱਤੀਆਂ ਦੀ ਮਾਰ ਕਰੋ ਤੇ ਮੂੰਹ ਤੇ ਗੰਦ ਦਾ ਤੋਬਰਾ ਚੜ੍ਹਾ ਕੇ ਧੱਕੇ ਮਾਰ ਕੇ ਦਿੱਲੀਓਂ ਬਾਹਰ ਕੱਢ ਦਿਓ। ਇਹੋ ਜਿਹੀ ਹਾਲਤ ਹੋਈ ਸੀ ਉਸ ਗੋਂਦੇ ਖੱਤਰੀ ਦੇ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਨਹੀਂ ਸੀ ਪਾਉਂਦੀ, ਮਹਾਰਾਜ ਦਾ ਜਸ ਨਹੀਂ ਸੀ ਪਾਉਂਦਾ। ਜੇ ਕਿਸੇ ਭੁਲੇਖੇ ਵਿੱਚ ਆ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨੂੰ ਆਪ ਜੀ ਦੀ ਵਡਿਆਈ ਚੰਗੀ ਨਹੀਂ ਸੀ ਲੱਗੀ ਤੇ ਆਪ ਜੀ ਨੂੰ ਆ ਕਰਕੇ ਲੱਤ ਮਾਰ ਦਿੱਤੀ ਸੀ। ਸੱਚੇ ਪਾਤਸ਼ਾਹ ਜੀ ਨੂੰ ਤਖਤ ਤੇ ਬੈਠਿਆਂ ਹੋਇਆਂ ਭਾਈ ਦਾਤੂ ਦੀ ਸਾਰੀ ਉਮਰ ਉਹ ਲੱਤ ਵਿੱਚ ਪੀੜ ਨਾ ਸੀ ਗਈ।
ਬਹੁਤ ਤਰਲੇ ਲਏ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪ ਜੋਤੀ ਜੋਤ ਸਮਾਉਣ ਲੱਗੇ ਗੁਰੂ ਅਮਰਦਾਸ ਸਾਹਿਬ ਜੀ, ਉਦੋਂ ਫਿਰ ਪਹਿਲੋਂ ਤਾਂ ਸ਼ਰਮ ਦਾ ਮਾਰਾ ਆਉਂਦਾ ਨਹੀਂ ਸੀ ਭਾਈ ਦਾਤੂ। ਜਦੋਂ ਵੇਖਿਆ ਕਿ ਹੁਣ ਤਾਂ ਮਹਾਰਾਜ ਜੋਤੀ ਜੋਤ ਸਮਾ ਚੱਲੇ ਐ ਤੇ ਫਿਰ ਕਿਹਦੇ ਕੋਲੋਂ ਜਾ ਕੇ ਮਾਫੀ ਮੰਗੇਗਾ, ਉਦੋਂ ਫਿਰ ਭਾਈ ਦਾਤੂ ਗਿੜਗਿੜਾਉਂਦਾ ਹੋਇਆ ਮਹਾਰਾਜ ਕੋਲ ਆ ਗਿਆ। ਸੱਚੇ ਪਾਤਸ਼ਾਹ ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਲੱਤ ਦੀ ਪੀੜ ਝੱਲੀ ਨਹੀਂ ਜਾਂਦੀ, ਸੱਚੇ ਪਾਤਸ਼ਾਹ ਮੈਨੂੰ ਮਾਫ ਕਰ ਦਿਓ। ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਖਿਆ ਸੀ, ਭਾਈ ਦਾਤੂ ਹੁਣ ਤਾਂ ਅਸੀਂ ਗੁਰਿਆਈ ਤਖਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤਾ ਹੈ। ਜਦੋਂ ਇਹਨਾਂ ਦੇ ਪੁੱਤਰ ਇੱਥੇ ਆਉਣਗੇ ਨਾ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਉਹ ਪੋਥੀਆਂ ਸਾਹਿਬ ਲੈਣ ਆਉਣਗੇ, ਉਹ ਤੇਰੇ ਚਰਨਾਂ ਤੇ ਹੱਥ ਲਾ ਕੇ ਤੇਰੀ ਪੀੜ ਨਾਸ਼ ਕਰਨਗੇ। ਹੁਣ ਉਹਨਾਂ ਚਿਰ ਤੈਨੂੰ ਉਡੀਕਣਾ ਪਵੇਗਾ। ਇਉਂ ਭਾਈ ਦਾਤੂ ਦੀ ਲੱਤ ਦੀ ਪੀੜ ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨਾਸ਼ ਕੀਤੀ ਸੀ। ਕਵਿਰਾਜ ਇੱਥੇ ਜ਼ਿਕਰ ਕਰਦੇ ਹਨ, ਬੇਮੁਖ ਕਮੁੱਦ ਦੁਖ। ਜਿਹੜੇ ਬੇਮੁਖ ਲੋਕ ਹਨ ਨਾ, ਉਹ ਕਮੁਦਨੀਆਂ ਦੀ ਨਿਆਈ ਆ। ਜਿਵੇਂ ਕਮੁਦਨੀਆਂ ਮੁਰਝਾ ਜਾਂਦੀਆਂ ਨਾ ਸੂਰਜ ਨੂੰ ਵੇਖ ਕਰਕੇ, ਇਵੇਂ ਬੇਮੁਖ ਲੋਕਾਂ ਦੇ ਮੂੰਹ ਮੁਰਝਾ ਜਾਂਦੇ ਸਤਿਗੁਰੂ ਜੀ ਦਾ ਜਸ ਸੁਣ ਕੇ, ਮਹਾਰਾਜ ਦੀ ਵਡਿਆਈ ਸੁਣ ਕਰਕੇ। ਉਹਨਾਂ ਨੂੰ ਸਤਿਗੁਰੂ ਜੀ ਦੀ ਵਡਿਆਈ ਚੰਗੀ ਨਹੀਂ ਲੱਗਦੀ। ਸਨਮੁਖ ਕੰਜ ਸੁਖ। ਤੇ ਜਿਵੇਂ ਜਿਹੜਾ ਕੰਜ ਕਮਲ ਦਾ ਫੁੱਲ ਹੁੰਦਾ ਹੈ, ਉਹ ਜਿਹੜਾ ਕਾਂ ਤੋਂ, ਕਾਂ ਦਾ ਅਰਥ ਹੈ ਪਾਣੀ, ਜਾ ਤੋਂ ਅਰਥ ਹੈ ਪੈਦਾ ਹੋਣ ਵਾਲਾ, ਪਾਣੀ ਤੋਂ ਪੈਦਾ ਹੋਣ ਵਾਲਾ ਕੌਣ? ਕਮਲ ਫੁੱਲ। ਕਮਲ ਫੁੱਲ ਦੀ ਨਿਆਈ ਕੌਣ ਹਨ? ਜਿਹੜੇ ਸਨਮੁਖ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ, ਜਿਨ੍ਹਾਂ ਨੂੰ ਸਤਿਗੁਰਾਂ ਜੀ ਦੇ ਚਰਨਾਂ ਦਾ ਪਿਆਰ ਲੱਗ ਗਿਆ ਹੈ, ਉਹ ਕਮਲ ਫੁੱਲ ਦੀ ਨਿਆਈ ਹਨ। ਕਿਉਂਕਿ ਸੂਰਜ ਦੇ ਚੜ੍ਹਦੇ ਹੀ ਕਮਲ ਫੁੱਲ ਖਿੜ ਜਾਂਦਾ ਹੈ ਨਾ, ਇਉਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਜਸ ਸੁਣ ਕਰਕੇ ਸਿੱਖਾਂ ਦੇ ਹਿਰਦੇ ਖਿੜ ਜਾਂਦੇ ਆ, ਨਿਹਾਲ ਹੋ ਜਾਂਦੇ ਆ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਵਡਿਆਈ ਕੰਨਾਂ ਵਿੱਚ ਪੈਂਦੀ ਹੈ, ਗੁਰੂ ਜੀ ਦਾ ਪ੍ਰਤਾਪ ਵੇਖਦੇ ਆ, ਮਹਾਰਾਜ ਸੱਚੇ ਪਾਤਸ਼ਾਹ ਰੂਪੀ ਸੂਰਜ ਨੂੰ ਵੇਖ ਕਰਕੇ ਸਨਮੁਖ ਸਿੱਖਾਂ ਦੇ ਚਿੱਤ ਇਉਂ ਖਿੜ ਜਾਂਦੇ ਜਿਵੇਂ ਫੁੱਲ ਖਿੜਦਾ ਸੂਰਜ ਨੂੰ ਵੇਖ ਕਰਕੇ। ਗਤ ਸੋ ਭਗਤ ਨਿਤ ਜਾਨੀਏ ਅਧੀਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਫਿਰ ਇਸ ਪ੍ਰਕਾਰ ਕਹਿੰਦੇ ਆ, ਸੂਰਜ ਦੀ ਗਤੀ ਹੁੰਦੀ ਹੈ ਨਾ, ਸੂਰਜ ਜਿਹੜਾ ਆਪਣੀ ਗਤੀ ਕਰਦਾ ਹੈ ਧਰਤੀ ਦੇ ਦੁਆਲੇ, ਜਿਵੇਂ ਕਹਿੰਦੇ ਆ ਦੂਸਰੇ ਪਾਸੇ ਚਲੇ ਜੇ ਤੇ ਉਧਰ ਦਿਨ ਚੜ੍ਹ ਜਾਂਦਾ, ਫਿਰ ਜਿੱਧਰ ਸੂਰਜ ਨਹੀਂ ਹੁੰਦਾ ਉਧਰ ਰਾਤ ਪੈ ਜਾਂਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਗਤੀ ਕਿਹੜੀ ਹੈ, ਇਹ ਦੱਸਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਰੂਪੀ ਸੂਰਜ ਕਿਹੜੀ ਗਤੀ ਨਾਲ ਚੱਲਦੇ ਹਨ, ਦੱਸਦੇ ਹਨ। ਅਮਰ ਦਰਸ ਭਾਨ ਲੱਛਣ ਸਮਾਨ ਸਭ। ਪਿਛਲੀ ਪੰਕਤੀ ਦਾ ਅਰਥ ਨਹੀਂ ਹੋਇਆ। ਗਤ ਸੋ ਭਗਤ ਨਿਤ ਜਾਨੀਏ ਅਧੀਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਪੜੋ, ਗਤ ਸੋ ਭਗਤ ਨਿਤ ਜਾਨੀਏ ਅਧੀਨ ਹੈ। ਸੱਚੇ ਪਾਤਸ਼ਾਹ ਜੀ ਦੀ ਗਤ ਚਾਲ ਕਿਹੜੀ ਹੈ? ਇੱਕ ਪ੍ਰੇਮਾ ਭਗਤੀ ਦੇ ਅਧੀਨ ਹਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਭਾਵ ਭਗਤੀ ਦੀ ਚਾਲ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਦਾ ਹੀ ਪ੍ਰੇਮ ਦੇ ਵਿੱਚ ਲਵਲੀਨ ਰਹਿੰਦੇ ਹੈ। ਇਹ ਭੱਟਾਂ ਨੇ ਕਿਹਾ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮਹਿ ਲੀਣੋ। ਸੱਚੇ ਪਾਤਸ਼ਾਹ ਮਹਾਰਾਜ ਜੇ ਆਪ ਬਰਾਜਦੇ ਹੋ ਤਾਂ ਵੀ ਇੱਕ 'ਚ ਹੀ ਲੀਨ ਰਹਿੰਦੇ ਹੋ, ਪ੍ਰਤੱਖ ਤਖਤ ਤੇ ਬੈਠਦੇ ਹੋ ਤਾਂ ਵੀ ਇੱਕ 'ਚ ਹੀ ਲੀਨ ਰਹਿੰਦੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਤਾਂ ਜਿਹੜੀ ਆਪ ਦੀ ਚਾਲੀ ਹੈ, ਆਪ ਜੀ ਦਾ ਰੋਜ਼ ਦਾ ਨਿਯਮ ਹੈ, ਉਹ ਭਾਵ ਭਗਤੀ ਵਾਲਾ ਹੈ। ਆਪ ਦੇ ਦਰਬਾਰ ਵਿੱਚ ਵੀ ਸਦਾ ਬਾਣੀ ਦਾ ਕੀਰਤਨ ਹੁੰਦਾ ਹੈ। ਆਪ ਸਦਾ ਆਪਣੇ ਸ਼੍ਰੀ ਮੁਖ ਤੋਂ ਇੱਕ ਦਾ ਉਪਦੇਸ਼ ਦਿੰਦੇ ਹੋ। ਮਹਾਰਾਜ ਨੇਤਰਾਂ ਕਰਕੇ ਵੀ ਇੱਕ ਨੂੰ ਵੇਖਦੇ ਹੋ, ਇੱਕ ਦਾ ਹੀ ਨਾਦ ਆਪਣੇ ਕੰਨਾਂ ਵਿੱਚ ਆਪ ਸੁਣਦੇ ਹੋ। ਭਾਵ ਭਗਤੀ ਦੀ ਜਿਹੜੀ ਗਤੀ ਹੈ ਨਾ, ਇਹ ਆਪ ਜੀ ਦੀ ਚਾਲ ਹੈ ਸੱਚੇ ਪਾਤਸ਼ਾਹ ਮਹਾਰਾਜ। ਜਿਹੜੇ ਸਿੱਖ ਭਾਵ ਭਗਤੀ ਵਿੱਚ ਭਿੱਜਦੇ ਹੈ, ਉਹ ਆਪ ਦੇ ਚਰਨਾਂ ਤੋਂ ਨਿਹਾਲ ਹੁੰਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਨੂੰ ਆਪ ਭਾਵ ਭਗਤੀ ਦਾ ਪ੍ਰਸਾਦ ਦੇਣ ਵਾਲੇ ਹੋ। ਇਹ ਆਪ ਜੀ ਦੀ ਜਿਹੜੀ ਚਾਲ ਹੈ, ਰੋਜ਼ ਦਾ ਨਿਯਮ ਹੈ ਆਪ ਜੀ ਦਾ। ਅਮਰ ਦਰਸ ਭਾਨ ਲੱਛਣ ਸਮਾਨ ਸਭ। ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਤੇ ਸੂਰਜ ਦਾ ਵੇਖਣਾ ਇਹ ਸਮਾਨ ਲੱਛਣ ਹਨ ਸਾਰੇ ਹੀ। ਏਕ ਗੁਣ ਅਦਕ ਪੈ ਤਪਤ ਬਹੀਨ ਹੈ। ਇੱਕ ਗੁਣ ਅਦਕ ਹੈ, ਪਰ ਉਹ ਕਿਹੜਾ ਕਵਿਰਾਜ? ਕਵਿਰਾਜ ਕਹਿੰਦੇ ਨੇ ਸੂਰਜ ਤਪਸ਼ ਮਾਰਦਾ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨ ਠੰਡ ਪਾ ਦਿੰਦੇ। ਸੱਚੇ ਪਾਤਸ਼ਾਹ ਜੀ ਪ੍ਰੇਮੇ ਕੋੜੀ ਨੂੰ ਵੇਖ ਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਸ਼ਨ ਤੇ ਸ਼ਾਂਤ ਆ ਗਈ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਚਰਨ ਹਨ ਨਾ, ਉਹ ਤਪਸ਼ ਨਹੀਂ ਮਾਰਦੇ, ਮਹਾਰਾਜ ਜੀ ਦੇ ਚਰਨ ਸ਼ਾਂਤੀ ਦਿੰਦੇ ਹੈ। ਇਸ ਕਰਕੇ ਸੂਰਜ ਦੇ ਨਾਲੋਂ ਸੱਚੇ ਪਾਤਸ਼ਾਹ ਦੇ ਚਰਨ ਇਹ ਵਿਸ਼ੇਸ਼ ਹਨ।
ਇਹ ਸੂਰਜ ਦਾ ਪ੍ਰਕਰਨ ਲੈ ਕਰਕੇ ਕਵੀਰਾਜ ਜੀ ਨੇ ਸ੍ਰੀ ਗੁਰੂ ਜੀ ਦੇ ਚਰਨਾਂ ਦੀ ਉਪਮਾ ਕੀਤੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਭੱਟਾਂ ਨੇ ਕਿਹਾ ਕਿ ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ। ਮਹਾਰਾਜ ਇੱਕ ਜੀਭਾ ਨਾਲ ਆਪ ਜੀ ਦੀ ਕਥਾ ਜਿਹੜੀ ਹੈ ਹੀ ਅਕਥ ਵੈ, ਉਹ ਕਹੀ ਨਹੀਂ ਜਾ ਸਕਦੀ। ਇਵੇਂ ਸੂਰਜਵਤ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਜਿਹੜਾ ਹੈ ਉਹ ਮੰਗਲਾ ਚਰਨ ਕਥਨ ਕੀਤਾ ਹੈ। ਤੇ ਫਿਰ ਨਿਉਣਤਾਈ ਦੱਸੀ ਹੈ ਸੂਰਜ ਦੀ ਕਿ ਸੂਰਜ ਤਪਸ਼ ਮਾਰਦਾ ਹੈ, ਸ੍ਰੀ ਗੁਰੂ ਜੀ ਦੇ ਚਰਨ ਜਿਹੜੇ ਹੈ ਉਹ ਠੰਡ ਦਿੰਦੇ ਆ ਤਪਦੇ ਵਿਸ਼ਿਆਂ ਵਿੱਚ ਹਿਰਦਿਆਂ ਨੂੰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਾਮ ਦੀ ਸ਼ਾਂਤੀ ਦੇ ਦੇਣ ਵਾਲੇ ਹਨ। ਐਸੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਅੱਗੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਸ ਦਾ ਮੰਗਲਾ ਚਰਨ ਕਰਨਗੇ। ਕੱਲ੍ਹ ਨੂੰ ਨਾਲੇ ਸਤਿਗੁਰਾਂ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਤੇ ਕੱਲ੍ਹ ਨੂੰ ਆਪਾਂ ਇਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਜਸ ਦਾ ਮੰਗਲਾ ਚਰਨ ਜੋ ਹੈ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਬੇਮੁਖ ਕਮੁੱਦ ਦੁਖ, ਸਨਮੁਖ ਕੰਜ ਸੁਖ, ਗਤ ਸੋ ਭਗਤ ਨਿਤ ਜਾਨੀਏ ਅਧੀਨ ਹੈ। ਅਮਰ ਦਰਸ ਭਾਨ ਲਛਨ ਸਮਾਨ ਸਭ, ਏਕ ਗੁਣ ਅਦਕ ਪੈ ਤਪਤ ਬਹੀਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ